हाँ जी, अस्सलाम वालेकुम। ਤੁਸੀਂ ਦੇਖ ਰਹੇ ਹੋ ABC ਪੰਜਾਬੀ। ਲੋ ਜੀ ਮੈਂ ਵੀਡੀਓ ਲੈ ਕੇ ਜਿਹਦੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਹੁਣ। ਅਸੀਂ ਹੈਗੇ ਆ ਚੀਕੂ ਚੀ ਕਮੂਨੇ ਤੇ। ਚੀਕੂ ਚੀ ਕਮੂਨੇ ਵਿੱਚ ਮੋਸਟ ਇੰਪੋਰਟੈਂਟ ਜਿਹੜਾ ਇੱਕ ਲੈਸਨ ਹੈ, ਜਿਹੜਾ ਇੱਕ ਕਪੀਟੋਲੋ ਹੈ ਨੰਬਰ 4, ਜਿਹਦੇ ਵਿੱਚ ਅਸੀਂ ਚੀਜ਼ਾਂ ਸਮਝਾਂਗੇ ਕੋਰਵਾ ਦਲ ਮੋਟੋਰੇ, ਕੋਰਵਾ ਕੋਪੀਆ। ਠੀਕ ਹੈ ਜੀ। ਫਿਰ ਅਸੀਂ ਸਮਝਾਂਗੇ ਕੋਰਵਾ ਦੀ ਪੋਟੈਂਜ਼ਾ। ਠੀਕ ਹੈ ਜੀ। ਇਹਨਾਂ ਚੀਜ਼ਾਂ ਵਿੱਚ ਕੀ ਡਿਫਰੈਂਸ ਹੈ, ਕੀ ਮਕਸਦ ਹੈ ਇਹਨਾਂ ਦਾ। ਠੀਕ ਹੈ ਜੀ। ਇਹ ਮੋਸਟ ਇੰਪੋਰਟੈਂਟ ਹੈ ਸਮਝਣਾ ਇਸ ਲੈਵਲ ਦੇ ਉੱਤੇ, ਇਸ ਸਟੇਜ ਦੇ ਉੱਤੇ। ਇਹਨਾਂ ਦਾ ਮਕਸਦ ਕੀ ਹੈ, ਕਿਉਂ ਕੁਐਸਚਨ ਆਉਂਦੇ ਨੇ, ਕਿਵੇਂ ਆਉਂਦੇ ਨੇ, ਔਰ ਇਹਨਾਂ ਦੇ ਟਿਪਸ ਵੀ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਕਿਸੇ ਤਰੀਕੇ ਨਾਲ ਤੁਹਾਨੂੰ ਆਸਾਨੀ ਪੈਦਾ ਹੋ ਸਕੇ। ਅਤੇ ਧਿਆਨ ਨਾਲ ਸੁਣਨਾ, ਜਿਹੜੀ ਚੀਜ਼ ਸਮਝ ਲੱਗਦੀ ਹੈ ਉਹਨੂੰ ਲਿਖ ਲੈਣਾ। ਲਿਖਣਾ ਇਸ ਕਰਕੇ ਕਿ ਤੁਹਾਨੂੰ ਪੱਲੇ ਪਵੇ। ਜੇ ਪੱਲੇ ਪਵੇਗੀ ਤਦ ਹੀ ਯਾਦ ਰਹੇਗੀ ਨਾ, ਇਸ ਕਰਕੇ ਲਿਖਣਾ ਚੀਜ਼ ਨੂੰ। ਅਤੇ शुरू करते हैं वीडियो। आगे बढ़ने पहले नवे चैनल सबसक्राइब करो, वीडियो लाइक करो, वीडियो ਵੱਧ ਤੋਂ ਵੱਧ ਸ਼ੇਅਰ ਕਰੋ। कम से कम ਉਹਨਾਂ ਯਾਰਾਂ ਦੋਸਤਾਂ ਭਾਈ ਨੂੰ ਜ਼ਰੂਰ ਸ਼ੇਅਰ ਕਰਨੀ ਜਿਹੜੇ ਕਹਿੰਦੇ ਨੇ ਕਿ ਚੀਕੂ ਜੀ ਮੁਸ਼ਕਲ ਹੈ। ਔਰ ਅੱਜ ਜਿਹੜਾ ਸਭ ਤੋਂ ਵੱਡਾ ਮਸਲਾ ਸੀ ਚੀਕੂ ਜੀ ਕਮੂਨੇ ਦੇ ਵਿੱਚ ਕੋਰਵਾ ਕੋਪੀਆ। ਠੀਕ ਹੈ ਜੀ। ਇੱਦਾਂ ਦੇ ਜਿਹੜੇ ਕੁਐਸਚਨ ਨੇ, ਕੋਰਵਾ ਦੀ ਪੋਟੈਂਜ਼ਾ, ਇੱਦਾਂ ਜਿਹੜੇ ਕੁਐਸਚਨ ਨੇ ਉਹਨਾਂ ਦਾ ਮਸਲਾ ਅਸੀਂ ਹੱਲ ਕਰਨ ਚੱਲੇ ਹਾਂ। ਔਰ ਇਨਸ਼ਾਅੱਲਾ ਇਹ ਹੱਲ ਕਰਨ ਤੋਂ ਬਾਅਦ ਤੁਹਾਨੂੰ ਇਸ ਮਸਲੇ ਵਿੱਚ ਕੋਈ ਵੀ ਕੁਐਸਚਨ ਗਲਤ ਨਹੀਂ ਹੋਣ ਲੱਗੇ। ਪਹਿਲੇ ਨੰਬਰ 'ਤੇ ਜੇ ਤੁਹਾਡਾ ਕੋਈ ਕੁਐਸਚਨ ਆਉਂਦਾ ਨਾ, ਜਿਵੇਂ ਕਿ ਫੋਰ ਐਗਜ਼ਾਮਪਲ ਕੁਐਸਚਨ ਆਉਂਦੇ ਹੁੰਦੇ ਨੇ ਜਿਵੇਂ ਇੱਕ ਟਿਪ ਲਿਖ ਲਓ, ਜਿਹੜਾ ਕਿ ਜਿਵੇਂ ਕਿ ਕੁਐਸਚਨ ਆਉਂਦੇ ਨੇ coppia di un motore endotermico in una prodotto। ਜਿਹੜਾ ਪ੍ਰੋਦੋਤੋ ਵਾਲੇ ਕੁਐਸਚਨ ਹੁੰਦੇ ਨਾ ਇਸ ਬਿਹਾਵ ਤੋਂ ਕਹਿੰਦੇ ਮੈਨੂੰ ਪ੍ਰੋਦੋਤੋ tra le ਪ੍ਰੋਦੋਤੋ ਜੇ ਆਉਣ ਇਹ ਹੁੰਦਾ ਪੈਰ, ਯਾਨੀ ਕਿ ਮਲਟੀਪਲਾਈ, ਇਹਦੀ ਤੋਂ ਮੁਰਾਦ ਹੁੰਦੀ ਹੈ। ਇਹ ਵਾਲੇ ਕੁਐਸਚਨ ਹੁੰਦੇ ਨੇ ਵੇਰੋ। ਜੇ ਆਵਣ ਇਹ ਕੁਐਸਚਨ ਸੇਮ ਆਵਣ ਦੇ ਵਿੱਚ ਸੋਮਾ ਲਿਖਿਆ ਹੋਵੇ ਤਾਂ ਕੁਐਸਚਨ ਹੋ ਜਾਂਦੇ ਨੇ ਉਹ ਫਾਲਸੋ। ਔਰ ਇੱਥੇ ਵੀ ਨਹੀਂ, ਪਹਿਲੇ ਨੰਬਰ ਚੈਪਟਰ ਦੇ ਵਿੱਚ ਵੀ ਜਿਨ੍ਹਾਂ ਵਿੱਚ ਸੋਮਾ ਆਉਂਦਾ ਉਹ ਕੁਐਸਚਨ ਫਾਲਸੋ। ਔਰ ਜਿਨ੍ਹਾਂ ਵਿੱਚ ਪ੍ਰੋਦੋਤੋ PRODOTTO ਪ੍ਰੋਦੋਤੋ ਉਹ ਕੁਐਸਚਨ ਹੁੰਦੇ ਨੇ ਵੇਰੋ। ਅਤੇ ਟਿਪਸ ਦੇ ਨਾਲ ਚੱਲਦੀਆਂ ਰਹਿਣਗੀਆਂ। ਸਭ ਤੋਂ ਪਹਿਲੇ ਸਮਝਣ ਵਾਲੀ ਚੀਜ਼ ਹੈ ਮੋਸਟ ਇੰਪੋਰਟੈਂਟ, ਕੋਪੀਆ ਦੀ ਫੋਰਜ਼ਾ। ਕੋਪੀਆ ਕੀ ਹੈ? ਕੋਪੀਆ ਬੇਸਿਕਲੀ ਤਾਕਤ ਨੂੰ ਕਹਿੰਦੇ ਨੇ। ਕਿਹੜੀ ਤਾਕਤ ਹੁੰਦੀ ਹੈ ਇਹ? ਕੋਪੀਆ ਤਾਕਤ ਹੁੰਦੀ ਹੈ ਇੱਕ ਫੋਰਜ਼ਾ ਮਸਕੂਲਾਰੇ ਦੀ ਸਪੀਨਤਾ, ਇੱਕ ਤਾਕਤ ਜਿਹੜੀ ਮਸਲਸ ਦੇ ਥਰੂ ਦਿੱਤੀ ਜਾਂਦੀ ਹੈ ਸਪੀਨਤਾ ਦਬਾਉਣ ਦੇ ਲਈ, ਅੱਗੇ ਵਧਾਉਣ ਦੇ ਲਈ, ਕੰਮ ਕਰਨ ਦੇ ਲਈ। ਠੀਕ ਹੈ ਜੀ। ਉਹਨੂੰ ਕਹਿੰਦੇ ਨੇ ਕੋਪੀਆ। ਕੋਪੀਆ ਤਾਕਤ ਹੀ ਹੈ। ਠੀਕ ਹੈ ਜੀ। ਮਸਲਸ ਦੀ ਮਸਕੂਲਰ ਦੀ ਤਾਕਤ ਜਿਹੜੀ ਹੁੰਦੀ ਹੈ ਕਹਿ ਸਕਦੇ ਉਹਨੂੰ। ਠੀਕ ਹੈ। ਔਰ ਫੋਰਜ਼ਾ ਵੀ ਤਾਕਤ ਹੀ ਹੁੰਦੀ ਹੈ। ਲੇਕਿਨ ਫੋਰਜ਼ਾ ਕਿਹੜੀ ਫਿਰ ਤਾਕਤ ਹੁੰਦੀ ਹੈ ਵਿੱਚ? ਉਹ ਵੀ ਤਾਕਤ, ਇਹ ਵੀ ਤਾਕਤ। ਫੋਰਜ਼ਾ ਕਿਹੜੀ ਤਾਕਤ ਹੁੰਦੀ ਹੈ? ਫੋਰਜ਼ਾ ਵੀ ਤਾਕਤ ਹੁੰਦੀ ਹੈ, ਲੇਕਿਨ ਫੋਰਜ਼ਾ ਉਹ ਤਾਕਤ ਹੁੰਦੀ ਜਿਹਨੂੰ ਕਿਹਾ ਜਾਂਦਾ ਕਿ ਚੀਜ਼ ਨੂੰ ਸਪੋਸਤਾਰੇ ਕਰਨ ਲਈ, ਚੀਜ਼ ਨੂੰ ਜਗ੍ਹਾ ਬਦਲਣ ਲਈ, ਚੀਜ਼ ਨੂੰ ਜਿਹੜੀ ਥਾਂ ਚੇਂਜ ਕਰਦੀ ਹੈ ਉਹ ਉਹਨੂੰ ਕਹਿੰਦੇ ਨੇ ਫੋਰਜ਼ਾ। ਠੀਕ ਹੈ ਜੀ। ਅਤੇ ਕੋਪੀਆ ਹੁੰਦੀ ਹੈ ਤਾਕਤ ਮਸਲਸ ਦੀ। ਠੀਕ ਹੈ। ਜਿਨ੍ਹਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ। ਫਿਰ ਇਹਦੇ ਤੋਂ ਇਲਾਵਾ ਜੀ ਪੋਟੈਂਜ਼ਾ। ਪੋਟੈਂਜ਼ੇ ਵੱਲ ਅਸੀਂ ਬਾਅਦ ਵਿੱਚ ਜਾਵਾਂਗੇ, ਪਹਿਲੇ ਅਸੀਂ ਸਮਝਾਂਗੇ ਪੋਟੈਂਜ਼ਾ ਵੀ ਅਸੀਂ ਸਮਝਾਂਗੇ ਬਾਅਦ ਵਿੱਚ। ਪਹਿਲੇ ਅਸੀਂ ਸਮਝਾਂਗੇ ਜਿਹੜੀ ਕੋਪੀਆ ਮੋਤਰੀਚੇ ਹੈ, ਜਿਹੜੀ ਕਿ ਮੋਸਟ ਇੰਪੋਰਟੈਂਟ ਹੈ। ਕੋਪੀਆ ਮੋਤਰੀਚੇ ਜਿਹੜੀ ਹੈ ਨਾ, ਇਹਨੂੰ ਜੇ ਅਸੀਂ ਸਮਝਣਾ ਚਾਹੀਏ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਕਿ ਫੋਰਜ਼ਾ ਮਸਕੂਲੋ ਦੀ, ਜਿਵੇਂ ਫੋਰਜ਼ਾ ਮਸਕੂਲਾਰੇ ਦੀ ਸਪੀਨਤਾ, ਫੋਰਜ਼ਾ ਮਸਕੂਲਾਰੇ ਯਾਨੀ ਕਿ ਮਸਲਸ ਦੇ, ਯਾਨੀ ਕਿ ਹੁਣ ਜਿਵੇਂ ਸਾਈਕਲਿਸਟ ਇੱਕ ਸਾਈਕਲ ਚਲਾਉਂਦਾ ਹੈ, ਜਿਹੜੇ ਪੈਡਲੋਂ ਮਾਰਦਾ ਉਹ ਆਪਣੇ ਮਸਲ ਦੇ ਜ਼ੋਰ 'ਤੇ ਮਾਰਦਾ। ਇਹ ਕਿਹੜੀ ਤਾਕਤ ਹੋਈ? ਇਹ ਜਿਹੜਾ ਜ਼ੋਰ ਮਾਰੇਗਾ ਇਸ ਜ਼ੋਰ ਨੂੰ ਨਾਪਿਆ ਵੀ ਜਾ ਸਕਦਾ। ਠੀਕ ਹੈ। ਇਹ ਕਿਹੜੀ ਤਾਕਤ ਹੋਈ ਜੀ? ਇਹ ਤਾਕਤ ਹੋਵੇਗੀ ਕੋਪੀਆ ਮੋਤਰੀਚੇ। ਇਹਨੂੰ ਕਹਿੰਦੇ ਨੇ ਕੋਪੀਆ ਮੋਤਰੀਚੇ। ਠੀਕ ਹੈ ਜੀ। ਇਹ ਨਿਊਟਨ ਮੈਥਰੀ ਵਿੱਚ ਇਹਨੂੰ ਅਕਾਊਂਟ ਕੀਤਾ ਜਾਂਦਾ ਹੈ, ਯਾਨੀ ਕੈਲਕੂਲੇਟ ਕੀਤਾ ਜਾਂਦਾ ਹੈ। ਅਤੇ ਜਿਹੜੇ ਬ੍ਰਾਚੀਓ ਹੁੰਦੇ ਨੇ, ਬ੍ਰਾਚੀਓ ਦੀ ਲੇਵਾ, ਜਿਹੜੇ ਇਹਨੂੰ ਆਸਾਨੀ ਪੈਦਾ ਕਰਦੇ ਨੇ ਜਾਂ ਇਹਦੇ ਵਿੱਚ ਮਦਦ ਕਰਦੇ ਨੇ, ਇਹ ਸਾਈਕਲ ਦੇ ਪੈਡਲ ਹੁੰਦੇ ਨੇ, ਜਿਹੜੇ ਕਿ ਜਿਤਨੇ ਲੰਬੇ ਹੋਣਗੇ ਉਤਨਾ ਜ਼ਿਆਦਾ ਚੀਜ਼ ਹੋ ਜਾਂਦਾ ਹੈ ਉਹਨੂੰ ਮੂਵ ਕਰਨਾ। ਜਿਵੇਂ ਕਿ ਐਗਜ਼ਾਮਪਲ ਵਾਜਾ ਕਰਕੇ ਹੋਰ ਦੱਸੀ ਗਈ ਹੈ, ਇਹ ਵੀ ਸਾਈਕਲ ਦੇ ਪੈਡਲ ਹੀ ਦੱਸ ਰਹੇ ਨੇ। ਠੀਕ ਹੈ ਜੀ। ਸਾਈਕਲ ਦੇ ਪੈਡਲ ਜਿਤਨੇ ਲੰਬੇ ਹੋਣਗੇ ਉਤਨਾ ਆਸਾਨ ਹੋਵੇਗਾ ਇਸ ਨੂੰ ਮੂਵ ਕਰਨਾ। ਠੀਕ ਹੈ। ਕਿ ਇਹ ਕਿਵੇਂ ਮਿਸਾਲ ਹੈ? ਜਿਵੇਂ ਕਿ ਮਿਸਾਲ ਦੇ ਉੱਤੇ ਤੁਸੀਂ ਇੱਕ ਪਾਨਾ ਹੁੰਦਾ ਨਾ ਟਾਇਰ ਖੋਲ੍ਹਣ ਵਾਲਾ, ਜੇ ਤੁਸੀਂ
ਕਈ ਵਾਰੀ ਟਾਇਰ ਜਿਹੜੇ ਹੁੰਦੇ ਨੇ ਉਹਨਾਂ ਦੇ ਉੱਤੇ ਜ਼ੰਗ ਜ਼ੁੰਗ ਲੱਗ ਜਾਂਦਾ ਹੈ। ਅਕਸਰ ਦੇਖਿਓ ਨਾ ਤੁਸੀਂ, ਅਕਸਰ ਟਾਇਰਾਂ ਦੇ ਉੱਤੇ ਕੀ ਹੋ ਜਾਂਦਾ, ਜ਼ੰਗ ਲੱਗ ਜਾਂਦਾ ਹੈ। ਜ਼ੰਗ ਲੱਗਣ ਦੇ ਨਾਲ ਟਾਇਰਾਂ ਦੇ ਵਿੱਚ ਉਹ ਜਿਹੜੇ ਨੈੱਟ ਨੇ ਜਾਮ ਜੂਮ ਹੋ ਜਾਂਦੇ ਨੇ। ਉਹ ਤੁਸੀਂ ਲੇਵੇ ਦੇ ਨਾਲ ਜ਼ੋਰ ਲਾਉਂਦੇ ਹੋ, ਖੁੱਲਦਾ ਨਹੀਂ ਹੈ ਵੀ। ਤੁਸੀਂ ਕੀ ਕਰਦੇ ਹੋ, ਉਸ ਲੇਵੇ ਦੇ ਉੱਤੇ ਇੱਕ ਪੈਪ ਚੜਾਉਂਦੇ ਹੋ, ਉਹਨੂੰ 1 ਮੀਟਰ ਦਾ ਪੈਪ ਚੜਾਉਂਦੇ ਹੋ, ਉਹਨੂੰ ਲੰਬਾ ਕਰ ਲੈਂਦੇ ਹੋ। ਹੁਣ ਕੀ ਹੋਇਆ ਜੀ, ਹੁਣ ਬੰਦਾ ਤਾਂ ਉਹ ਹੀ ਸੀ, ਮੰਨ ਲਓ 60 ਕਿਲੋ ਦਾ ਬੰਦਾ ਸੀ, ਬੰਦਾ ਤਾਂ 60 ਕਿਲੋ ਦੀ ਰਹਿ ਗਿਆ, ਲੇਕਿਨ ਜਿਹੜਾ ਉਹਨੂੰ ਲੇਵਾ ਸੀ, ਜਿਹੜਾ ਕਿ ਉਹਨੂੰ ਆਸਾਨੀ ਪੈਦਾ ਕਰਦਾ, ਜਿਹੜਾ ਕਿ ਮਦਦ ਕਰੇਗਾ, ਉਹ ਲੇਵਾ ਥੋੜ੍ਹਾ ਲੰਬਾ ਕਰ ਦਿੱਤਾ ਗਿਆ। ਉਹਦੀ ਮਦਦ ਦੇ ਨਾਲ ਇਸ ਨੂੰ ਮੂਵਮੈਂਟ ਆਸਾਨੀ ਦੇ ਨਾਲ ਦਿੱਤੀ ਜਾ ਸਕਦੀ ਹੈ। ਜਿਵੇਂ ਕਿ ਸਾਈਕਲ ਦੇ ਜਿਹੜੇ ਪੈਡਲ ਨੇ, ਇਹਨਾਂ ਨੂੰ ਥੋੜ੍ਹਾ ਲੰਬਾ ਕੀਤਾ ਜਾਂਦਾ ਹੈ। ਫੋਰਜ਼ਾ ਮੁਸਕੁਲਸਪੀਨਤਾ ਜਿਹੜਾ ਕਿ ਇਹ ਦੁਬਾਰੇ ਥੱਲੇ, ਠੀਕ ਹੈ। ਅਤੇ ਬ੍ਰਸ਼ ਦੀ ਲੇਵਾ ਜਿਹੜੇ ਕਿ ਪੈਡਲ ਨੇ, ਠੀਕ ਹੈ। ਇਹਦੇ ਨਾਲ ਰੋਟੇਸ਼ਨ ਜਿਹੜੀ ਹੈ ਇਹ ਪੈਦਾ ਹੋ ਰਹੀ ਹੈ ਆਸਾਨੀ ਦੇ ਨਾਲ। ਕਿਵੇਂ? ਕਿਉਂਕਿ ਇਹ ਥੋੜ੍ਹੇ ਜਿਹੇ ਪੈਡਲ ਵਧਾਏ ਨੇ, ਇਹਦੇ ਨਾਲ ਆਸਾਨੀ ਪੈਦਾ ਹੁੰਦੀ ਹੈ। ਜਿਵੇਂ ਕਿ ਅਸੀਂ ਨੱਟ ਖੋਲ੍ਹਣ ਲਈ, ਜਦ ਅਸੀਂ ਟਾਇਰ ਚੇਂਜ ਕਰਨੇ ਆ ਤਾਂ ਨੱਟ ਖੋਲ੍ਹਣ ਲਈ ਜਦ ਸਾਡੇ ਕੋਲ ਨਹੀਂ ਖੁੱਲ੍ਹਦਾ ਤਾਂ ਅਸੀਂ ਇੱਕ ਮਗਰ ਲੰਬਾ ਪਾਈਪ ਲਾਉਂਦੇ ਹਾਂ, ਪਾਣੀ ਦੇ ਉੱਤੇ ਫਿਰ ਜ਼ੋਰ ਲਾਉਂਦੇ ਹਾਂ ਤਾਂ ਆਸਾਨੀ ਨਾਲ ਖੁੱਲ੍ਹ ਜਾਂਦਾ, ਜਿਹੜਾ ਕਿ ਪਹਿਲੇ ਆਸਾਨੀ ਨਾਲ ਨਹੀਂ ਸੀ ਖੁੱਲ੍ਹ ਰਿਹਾ। ਬੰਦਾ ਉਹੀ 60 ਕਿਲੋ ਦਾ ਸੀ ਜਿਹੜਾ ਕਿ ਪਹਿਲੇ ਖੋਲ੍ਹ ਰਿਹਾ ਸੀ, ਲੇਕਿਨ ਉਹ ਐਕਸਟੈਂਸ਼ਨ ਲਾਉਣ ਦੇ ਨਾਲ ਉਹਨੂੰ ਹੈਲਪ ਮਿਲ ਜਾਏਗੀ, ਉਹਦੇ ਨਾਲ ਉਹ ਖੋਲ੍ਹ ਸਕੇਗਾ, ਕਿਉਂਕਿ ਉਹ ਆਸਾਨੀ ਪੈਦਾ ਕਰਦਾ ਹੈ। ਇਸੇ ਤਰ੍ਹਾਂ ਅਸੀਂ ਹੁਣ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਬੇਸਿਕ ਜਿਹੜੀ ਚੀਜ਼ ਹੈ ਕੋਪੀਆ ਮੋਤਰੀਚੇ। ਚਲੋ ਜੀ, ਕੋਪੀਆ ਮੋਤਰੀਚੇ ਮੇਨ ਪੁਆਇੰਟ ਤੁਹਾਨੂੰ ਮਕਸਦ ਇਹ ਸੀ ਸਮਝਾਉਣ ਦਾ, ਸਾਈਕਲਾਂ ਸੁਕਲਾਂ ਦੀ ਮਿਸਾਲ ਦੇਣ ਦਾ, ਕਿ ਤੁਹਾਨੂੰ ਚੀਜ਼ ਇਹ ਆਸਾਨ ਨਾਲ ਸਮਝ ਲੱਗ ਸਕੇ। ਕੋਪੀਆ ਮੋਤਰੀਚੇ ਜਿਹੜਾ ਦੇਖੋ ਜੀ, ਫੋਰਜ਼ਾ ਜਿਸ ਇਹ ਬੇਸਿਕਲੀ ਇਹ ਐਲੀਮੈਂਟਾਂ ਨੂੰ ਪਹਿਲੇ ਸਮਝ ਲਈਏ। ਇਹ ਹੈਗਾ ਪਿਸਟਨ, ਇਹ ਹੈਗਾ ਬਿਏਲਾ, ਇਹ ਹੈਗਾ ਮਾਨੋਵੇਲਾ। ਮਾਨੋਵੇਲਾ ਕੀ ਚੀਜ਼ ਹੈ ਜੀ, ਇਹ ਥੋੜ੍ਹਾ ਲੰਬਾ ਹੁੰਦਾ ਹੈ, ਠੀਕ ਹੈ। ਇਹਦੇ ਲੰਗੇਜ ਦਾ ਰਾਜ਼ ਇਹ ਹੈ ਕਿ ਇਹ ਆਸਾਨੀ ਪੈਦਾ ਕਰ ਸਕੇ ਰੋਟੇਟ ਕਰਨ ਲਈ। ਕੋਪੀਆ ਮੋਤਰੀਚੇ ਜਿਹੜੀ ਹੈ ਇਹ ਤਾਕਤ ਹੁੰਦੀ ਹੈ, ਠੀਕ ਹੈ। ਇਹ ਨੰਬਰੋ ਦੀ ਜੀਰੀ ਨਹੀਂ ਹੁੰਦੀ ਹੈ ਵੀ, ਠੀਕ ਹੈ। ਇਸ ਕਰਕੇ ਇਹਦੇ ਨਾਲ ਕਨਫਿਊਜ਼ ਨਹੀਂ ਹੋਣਾ ਵੀ। ਇਹ ਤਾਕਤ ਹੁੰਦੀ ਜਿਸ ਤਾਕਤ ਦੇ ਨਾਲ ਫਾਜ਼ ਦੀ ਕੰਬਸ਼ਨ ਵਿੱਚ ਪਿਸਟਨ ਥੱਲੇ ਆਵੇਗਾ। ਜਿਸ ਜ਼ੋਰ ਦੇ ਨਾਲ ਥੱਲੇ ਆਵੇਗਾ, ਉਸ ਜ਼ੋਰ ਨੂੰ ਨਾਪਿਆ ਜਾ ਸਕਦਾ ਵਜ਼ਨ ਦੇ ਨਾਲ ਵੀ ਕਿੰਨੇ ਵਜ਼ਨ ਦਾ, ਕਿੰਨੇ ਜ਼ੋਰ ਦਾ ਥੱਲੇ ਆਇਆ, ਠੀਕ ਹੈ ਜੀ। ਅਤੇ ਕੋਪੀਆ ਮੋਤਰੀਚੇ ਜਿਸ ਟਾਈਮ ਫਾਜ਼ੀ ਦੀ ਐਸਪ੍ਰੈਸ਼ਨ ਹੁੰਦਾ ਹੈ, ਕੰਪਰੈਸ਼ਨ ਹੁੰਦਾ ਹੈ, ਕੰਬਸ਼ਨ ਹੁੰਦਾ ਹੈ, ਸਕਾਰੀਕੋ ਹੁੰਦਾ ਹੈ। ਫਾਜ਼ੀ ਕੰਬਸ਼ਨ ਵਿੱਚ ਜਦ ਪਿਸਟਨ ਜ਼ੋਰ ਤੋਂ ਥੱਲੇ ਆਵੇਗਾ ਤਾਂ ਇਹ ਜਿਹੜਾ ਮਾਨੂਅਲ ਹੈ ਇਹ ਆਸਾਨੀ ਪੈਦਾ ਕਰੇਗਾ ਇਸ ਨੂੰ ਰੋਟੇਟ ਕਰਨ ਲਈ, ਠੀਕ ਹੈ। ਕਿਉਂਕਿ ਇਹ ਥੋੜ੍ਹਾ ਲੰਬਾ ਕਰਕੇ ਰੱਖਿਆ ਗਿਆ ਹੁੰਦਾ ਹੈ, ਠੀਕ ਹੈ। ਕਹਿੰਦੇ ਬ੍ਰਸ਼ ਦੀ ਲੇਵਾ ਪਿਸਟਨ ਸੁਲ ਮਾਨੂਵੇਲਾ ਜਿਹੜਾ ਇਹ ਥੋੜ੍ਹਾ ਜਿਹਾ ਲੰਬਾ ਰੱਖਿਆ ਹੁੰਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਪਿੱਛੇ ਸਮਝਾ ਚੁੱਕਿਆ, ਸਾਈਕਲ ਦਾ ਪੈਡਲ, ਸਾਈਕਲ ਦੇ ਪੈਡਲ ਵਾਂਗਰ ਇਹਨੂੰ ਲੰਬਾ ਰੱਖਣ ਦਾ ਸਿਰਫ ਮਕਸਦ ਇਹੀ ਹੁੰਦਾ ਹੈ ਕਿ ਇਹ ਆਸਾਨੀ ਪੈਦਾ ਕਰ ਸਕੇ ਰੋਟੇਟ ਕਰਨ ਲਈ, ਔਰ ਮੈਕਸੀਮਮ ਜਿਹੜੀ ਹੈ ਕੋਪੀਆ ਮੋਤਰੀਚੇ ਦੇਖ ਸਕੇ ਅੱਗੇ, ਠੀਕ ਹੈ ਜੀ। ਅਤੇ ਇਹਦੀ ਇੱਕ ਐਗਜ਼ਾਮਪਲ ਇਹ ਵੀ ਅੱਗੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ, ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇਹ ਮਾਨੂਵੇਲਾ, ਬਿਏਲਾ ਔਰ ਪਿਸਟਨਚੀਨੋ, ਠੀਕ ਹੈ ਜੀ। ਕੋਪੀਆ ਮੋਤਰੀਚੇ ਪ੍ਰੋਡਿਊਸ ਕਰਨ ਲਈ ਇਹ ਆਸਾਨੀ ਪੈਦਾ ਕਰਦਾ ਹੈ ਮਾਨੂਵੇਲਾ। ਇਹ ਉੱਤੋਂ ਥੱਲੇ ਜ਼ੋਰ ਦਾ ਆਉਂਦਾ ਹੈ, ਬਿਏਲੇ ਦੇ ਨਾਲ ਉੱਤੇ ਪਿਸਟਨਚੀਨੋ ਲੱਗੇ ਹੈ। ਜਦ ਫਾਜ਼ੀ ਦੀ ਕੰਬਸ਼ਨ ਦੇ ਵਿੱਚ ਇਹ ਰੋਟੇਸ਼ਨ ਪੈਦਾ ਹੁੰਦੀ ਹੈ, ਔਰ ਜਿਤਨੇ ਜ਼ੋਰ ਦੀ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਕੋਪੀਆ ਮੋਤਰੀਚੇ। ਔਰ ਜਿਤਨੀ ਨੰਬਰ ਦੀ ਜੀਰੀ ਜਿਹੜੀ ਹੈ ਨਾ, ਇਹ ਅਲੱਗ ਚੀਜ਼ ਹੈ। ਨੰਬਰ ਦੀ ਜੀਰੀ ਦੇ ਨਾਲ ਹੀ ਸਾਨੂੰ ਪਤਾ ਲੱਗੇਗਾ ਕੰਬੋ ਦੀ ਸਟੈਬਿਲਿਟੀ ਕੀ ਹੈ ਮੋਟਰ ਦੀ। ਹੁਣ ਜਿਵੇਂ ਕਿ ਅਸੀਂ ਆ ਗਏ ਹਾਂ ਇੱਥੇ ਜਿੱਥੋਂ ਅਸੀਂ ਟੁਰੇ ਸੀ, ਹੁਣ ਮੇਨ ਚੀਜ਼ ਸਮਝਣ ਵਾਲੀ ਹੈ ਕੋਪੀਆ ਮੋਤਰੀਚੇ ਇੱਕ ਚੀਜ਼ ਹੈ ਔਰ ਦੂਜੀ ਚੀਜ਼ ਹੈ ਪੋਤੈਂਜ਼ਾ। ਕੋਪੀਆ ਮੋਤਰੀਚੇ ਜਿਹੜਾ ਹੈ ਇਹਨੂੰ ਨਾਪ ਸਕਦੇ ਹਾਂ ਅਸੀਂ ਨਿਊਟਨ ਨਿਊਟਨ ਮੈਥਰੀ ਦੇ ਨਾਲ, ਠੀਕ ਹੈ ਜੀ। ਕੋਪੀਆ ਮੋਤਰੀਚੇ ਤਾਕਤ ਹੁੰਦੀ ਹੈ, ਨਿਊਟਨ ਮੈਥਰੀ ਦੇ ਨਾਲ ਇਹਨੂੰ ਨਾਪ ਸਕਦੇ ਹਾਂ। ਕੋਪੀਆ ਮੋਤਰੀਚੇ ਦਾ ਕੁਰਵਾ ਕੋਪੀਆ ਜਿਹੜਾ ਜਿਹਨੂੰ ਕਹਿੰਦੇ ਨੇ ਨਾ, ਜਿਹੜੇ ਕੁਐਸਚਨ ਤੁਹਾਨੂੰ ਬਹੁਤ ਆਉਂਦੇ ਨੇ, ਉਹ ਇਹ ਹੈਗਾ। ਇਹ ਮੈਕਸੀਮਮ ਕਿੱਥੇ ਹੁੰਦਾ ਜੀ, ਇਹ ਮੈਕਸੀਮਮ ਹੁੰਦਾ ਹੈ ਮੀਲੇ ਜੀਰੀ ਦੇ ਉੱਤੇ। 1000 ਜੀਰੀ ਜਦੋਂ ਹੁੰਦੀ ਹੈ ਨਾ ਮੋਟਰ, ਤਕਰੀਬਨ 950 ਜਾਂ 1000 ਕਰ ਲਓ, ਠੀਕ ਹੈ। ਉੱਥੇ ਇਹ ਮੈਕਸੀਮਮ ਤਾਕਤ ਛੱਡਦਾ, ਠੀਕ ਹੈ। ਮੈਕਸੀਮਮ ਤਾਕਤ ਹੁੰਦੀ ਹੈ। ਜਿਵੇਂ ਅੱਗੇ ਅੱਗੇ ਵਧੀ ਜਾਂਦਾ ਆਸਤਾ ਆਸਤਾ ਘਟੀ ਜਾਂਦੀ ਹੈ, ਔਰ ਐਂਡ 'ਤੇ ਜਾ ਕੇ ਇਹ ਖਤਮ ਹੋ ਜਾਂਦੀ ਹੈ, ਬਹੁਤ ਘੱਟ ਜਾਂਦੀ ਹੈ। ਇਹ ਵੀ ਤੁਹਾਨੂੰ ਦੱਸਾਂਗਾ ਅੱਗੇ ਵੀ ਜਾ ਕੇ ਕੀ ਬਣਨਾ, ਫਿਲਹਾਲ ਸਾਨੂੰ ਸਮਝਣੀ ਚੀਜ਼ ਹੈ। ਹੁਣ ਕੋਪੀਆ ਮੋਤਰੀਚੇ ਮੈਕਸੀਮਮ ਕਦ ਹੁੰਦੀ ਹੈ ਜੀ, ਮੀਲੇ ਜੀਰੀ 'ਤੇ। ਪੋਤੈਂਜ਼ਾ ਮੈਕਸੀਮਮ ਕਦ ਹੁੰਦਾ ਹੈ, 1500 1700 ਜੀਰੀ 'ਤੇ। ਪੋਤੈਂਜ਼ਾ ਕੀ ਹੁੰਦਾ ਹੈ, ਪੋਤੈਂਜ਼ਾ ਜਿਹਨੂੰ ਅਸੀਂ ਕਹਿੰਦੇ ਨੇ ਨਾ, ਪੋਤੈਂਜ਼ਾ ਇਨ ਕਵਾਲੀ ਕਿਲੋਵਾਟ ਉਹ ਕਵਾਲੀ ਹੁੰਦੀ ਹੈ ਹਾਰਸ ਪਾਵਰ, ਕਿਲੋਵਾਟ ਜਿਹੜਾ ਤੁਹਾਨੂੰ ਪਤਾ ਹੀ ਹੈ, ਠੀਕ ਹੈ।
ਤੇ ਬੇਸਿਕਲੀ ਅੱਜ ਕੱਲ੍ਹ ਤਾਂ ਜਿਹੜੀ ਗੱਡੀਆਂ ਆ ਰਹੀਆਂ ਨੇ ਉਹ ਕਿਲੋਵਾਟ ਦੇ ਨਾਲੋਂ ਜ਼ਿਆਦਾ ਮੁਨਾਸਬ ਸਮਝਦੇ ਨੇ ਕਿ ਕਵਾਲੀ ਲਿਖਣਾ। ਲਿਬਰੇਟੋ ਦੇ ਉੱਤੇ ਤੁਸੀਂ ਦੇਖੋਗੇ ਕਵਾਲੀ ਲਿਖਿਆ ਹੋਵੇਗਾ ਵੀ ਇੰਨੇ ਕਵਾਲੀ, ਕਿਉਂਕਿ ਇਹ ਥੋੜ੍ਹਾ ਜਿਹਾ ਡੀਸੈਂਟ ਲੱਗਦਾ ਲਿਖਦੇ ਹੋਇਆ ਔਰ ਵਧੀਆ ਲੱਗਦਾ ਹੈ। ਕਿਉਂ ਵਧੀਆ ਲੱਗਦਾ ਹੈ? ਕਿਉਂਕਿ ਫੋਰ ਐਗਜ਼ਾਮਪਲ ਫਰਾਰੀ ਬਣ ਕੇ ਆਉਂਦੀ ਹੈ, ਫਰਾਰੀ ਹੁਣ ਹੈਗੀ ਹੈ ਤਕਰੀਬਨ ਜੇ ਕਿਲੋਵਾਟ ਆਖੋ ਤਾਂ 800 ਸਮਥਿੰਗ ਕਿਲੋਵਾਟ ਹੈ। ਤੇ ਜੇ ਕੋਈ ਪੁੱਛੇਗਾ ਤਾਂ ਬੰਦਾ ਕੀ ਕਹੇ 800 ਤਾਂ 20 25 30 ਕਿਲੋਵਾਟ ਹੈ, 50 ਕਿਲੋਵਾਟ ਹੈ। ਨਹੀਂ, ਇਹ ਥੋੜ੍ਹਾ ਡੀਸੈਂਟ ਨਹੀਂ ਲੱਗੇਗਾ। ਜੇ ਕੋਈ ਪੁੱਛੇਗਾ ਨਾ ਕਿੰਨੀ ਪਾਵਰ ਹੈ ਦੀ, ਬੰਦੇ ਜਿਹਨੇ ਫਰਾਰੀ ਰੱਖੀ ਹੋਵੇਗੀ ਉਹ ਕਹੇਗਾ 1000 ਕਵਾਲੀ। ਕੋਈ ਵੀ ਗੱਡੀ ਦੇਖੋਗੇ ਕਿਲੋਵਾਟ ਘੱਟ ਨਜ਼ਰ ਆਉਣਗੇ, ਕਵਾਲੀ ਜ਼ਿਆਦਾ ਨਜ਼ਰ ਆਉਣਗੇ। ਔਰ ਗੱਡੀ ਦੀ ਪਾਵਰ ਜਿਹੜੀ ਹੈ, ਭਾਵੇਂ ਉਹਨੇ ਤੇਲ ਜਿੰਨਾ ਵੀ ਖਾਣਾ ਹੈ, ਲੇਕਿਨ ਪਾਵਰ ਜਿਹੜੀ ਹੈ ਉਹ ਜ਼ਿਆਦਾ ਵਧੀਆ ਦੇਖਣੇ 'ਚ ਦੱਸਣੇ 'ਚ ਵਧੀਆ ਲੱਗਦਾ ਹੈ ਕਿ ਯਾਰ ਮੇਰੀ ਗੱਡੀ ਜਿਹੜੀ ਹੈ ਮੰਨ ਲਓ ਫਰਾਰੀ ਹੈ ਤਾਂ ਉਹ ਹੈਗੀ ਹੈ 1000+ ਕਿਲੋਵਾਟ ਕਵਾਲੀ ਹੈ। ਠੀਕ ਹੈ ਜੀ। ਇਸੇ ਤਰ੍ਹਾਂ ਦੂਜੀਆਂ ਗੱਡੀਆਂ ਵੀ ਜਿਹੜੀਆਂ ਨੇ ਆਮ ਤੌਰ 'ਤੇ ਅੱਜ ਕੱਲ੍ਹ 150 ਕਵਾਲੀ ਹੈ। ਠੀਕ ਹੈ, ਇਹ ਮੁਮਕਿਨ ਹੈ ਉਹ 120 ਕਿਲੋਵਾਟ ਹੋਵੇ, 25-26 ਕਿਲੋਵਾਟ ਹੋਵੇ। ਠੀਕ ਹੈ, ਤੇ ਕਵਾਲੀ ਤੱਕ ਦੱਸਦੇ ਹਾਂ, ਇਸ ਕਰਕੇ ਬੰਦੇ ਵਧੀਆ ਲੇਕਿਨ ਇਹ ਹੁੰਦੀ ਹੈ ਕੀ ਹੁੰਦੇ ਪੋਤੈਂਜ਼ਾ, ਕੁਰਵਾ ਦੀ ਪੋਤੈਂਜ਼ਾ ਜਿਹੜਾ ਹੁੰਦਾ ਹੈ ਇਹ ਬੇਸਿਕਲੀ ਕਹਿ ਸਕਦੇ ਹਾਂ ਅਸੀਂ ਪਿਕ ਜਿਹੜੀ ਹੁੰਦੀ ਹੈ, ਪਿਕ ਪੋਤੈਂਜ਼ਾ ਯਾਨੀ ਕਿ ਐਕਸਲਰੇਟ ਕਰਨ ਦੀ ਪਾਵਰ ਜਿਹੜੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਪੋਤੈਂਜ਼ਾ। ਠੀਕ ਹੈ ਜੀ। ਅਸੀਂ ਵਾਪਸ ਆਵਾਂਗੇ ਕੋਪੀਓ ਮੋਟਰੀ 'ਚ। ਤਾਂ ਕੋਪੀਓ ਮੋਟਰੀ 'ਚ ਜਿਹੜੀ ਤਾਕਤ ਹੁੰਦੀ ਹੈ ਇਹ ਮੰਨ ਲਓ ਫੋਰ ਐਗਜ਼ਾਮਪਲ ਅਸੀਂ ਜੇ ਸਪੋਸਤਾਰੇ ਕਰਨਾ ਸਮਾਨ ਜਾਂ ਟਰਾਂਸਪੋਰਟ ਕਰਨਾ ਹੈ, ਠੀਕ ਹੈ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿਤਨੀ ਪਾਵਰ ਸਾਨੂੰ ਕਿਤਨੇ ਸਮਾਨ ਨਾਲ ਚਾਹੀਦੀ ਹੈ। ਫੋਰ ਐਗਜ਼ਾਮਪਲ ਮਿਸਾਲ ਤੋਂ ਇੱਕ ਪਾਲਿਤ ਹੈ ਸਾਡੇ ਕੋਲੇ, ਪਾਲਿਤ, ਠੀਕ ਹੈ ਜੀ, ਜੇ 5000 ਕਿਲੋ ਦਾ। ਜੇ ਤਾਂ ਸਾਡੇ ਕੋਲ ਐਲੀਵੇਟਰ ਹੋਵੇਗਾ ਅਸੀਂ ਚੱਕ ਕੇ 3 ਸੈਕਿੰਡ ਵੀ ਪਰੇ ਰੱਖ ਦਾਂਗੇ। ਠੀਕ ਹੈ, 5 ਮੀਟਰ ਦੂਰ ਫੋਰ ਐਗਜ਼ਾਮਪਲ ਰੱਖਣਾ ਤੇ ਹੁਣ ਕਿੰਨਾ ਹੈ ਜੀ ਪਾਲਿਤ ਸਾਡੇ ਕੋਲੇ, ਫੋਰ ਐਗਜ਼ਾਮਪਲ ਸਮਝਣ ਲਈ ਚੀਜ਼ ਨੂੰ 5000 ਕਿਲੋ। ਠੀਕ ਹੈ ਜੀ। ਅਸੀਂ ਉਹਨੂੰ ਸਪੋਸਤਾਰੇ ਕਰਨਾ ਹੈ, ਜਗ੍ਹਾ ਚੇਂਜ ਕਰਨੀ ਹੈ, ਕਿੰਨਾ ਦੂਰ ਖੜਨਾ ਹੈ, 5 ਮੀਟਰ ਦੂਰ ਲੈ ਕੇ ਜਾਣਾ ਹੈ। 5 ਮੀਟਰ ਦੂਰ ਲੈ ਕੇ ਜਾਣਾ ਨਾ, ਅਸੀਂ ਕੀ ਕਰਾਂਗੇ, ਕਿਵੇਂ ਸਮਝਾਂਗੇ ਕਿੰਨੇ ਨਿਊਟਨ ਮੈਟਰੀ, ਕਿੰਨੀ ਕੋਪੀਓਮੋਟਰੀ 'ਚ ਸਾਨੂੰ ਚਾਹੀਦੀ ਹੈ। ਇਹ ਸਮਝਣ ਲਈ ਜੇ ਤਾਂ ਜਿਵੇਂ ਮੈਂ ਦੱਸਿਆ ਕਿ ਐਲੀਵੇਟਰ ਹੋਵੇਗਾ ਤਾਂ ਐਲੀਵੇਟਰ ਦੇ ਨਾਲ ਚੱਕ ਕੇ 3 ਸੈਕਿੰਡ ਵਿੱਚ 5 ਮੀਟਰ ਪਰੇ ਰੱਖ ਦਿਓ। ਜੇ ਤਾਂ ਬੰਦੇ ਲਾਵਾਂਗੇ ਤਾਂ ਬੰਦਿਆਂ ਨੇ ਸੁਬਾਹ ਸ਼ੁਰੂ ਹੋਣਾ 5000 ਕਿਲੋ, ਮੁਮਕਿਨ ਹੈ ਉਹ 4 ਘੰਟੇ ਲਾ ਦੇਣ, 6 ਘੰਟੇ ਲਾ ਦੇਣ। ਠੀਕ ਹੈ, ਬੰਦਾ ਜੇ ਆਪਣੇ ਹੱਥ ਦੇ ਨਾਲ ਰੱਖੇਗਾ ਤੇ ਜੇ ਤੁਸੀਂ ਨਿਊਟਨ ਮੈਥਰੀ ਜਿਹੜੀ ਪਾਵਰ ਹੈ ਜਿਹੜੀ ਕੋਪੀਓਮੋਟਰੀ 'ਚ ਹੈ ਇਹਦੇ ਨਾਲ ਤੁਸੀਂ ਅੰਦਾਜ਼ਾ ਲਾਉਣਾ ਚਾਹੋਗੇ ਵੀ ਇਹਦੇ ਲਈ ਕਿੰਨੀ ਪਾਵਰ ਚਾਹੀਦੀ ਹੈ ਇਹਨੂੰ ਸਪੋਸਤਾਰੇ ਕਰਨ ਲਈ। ਤੇ ਇਹਨੂੰ ਸਪੋਸਤਾਰੇ ਕਰਨ ਲਈ ਜੇ ਤੁਸੀਂ ਸਮਝਣਾ ਚਾਹੁੰਦੇ ਹੋ 5000 ਕਿਲੋ ਨੂੰ, 5000 ਕਿਲੋ ਨੂੰ ਤਕਸੀਮ ਕਰੋਗੇ, ਕਿੰਨੇ ਮੀਟਰ ਤੁਸੀਂ ਸਪੋਸਤਾਰੇ ਕਰਨਾ, 5 ਮੀਟਰ। 5000 ਨੂੰ ਤਕਸੀਮ ਕਰ ਦਿਓ 5 ਦੇ ਉੱਤੇ, ਕਿੰਨਾ ਨਿਕਲਿਆ? 5000 ਨੂੰ ਅਸੀਂ ਜੇ ਤਕਸੀਮ ਕਰਦੇ ਹਾਂ 5 ਦੇ ਉੱਤੇ 1000 ਨਿਕਲੇਗਾ। ਯਾਨੀ ਕਿ 5000 ਕਿਲੋ ਨੂੰ 5 ਮੀਟਰ ਸਪੋਸਤਾਰੇ ਕਰਨ ਲਈ ਤੁਹਾਨੂੰ ਨਿਊਟਨ ਮੈਥਰੀ ਜਿਹੜੇ ਨੇ ਉਹ 1000 ਨਿਊਟਨ ਮੈਥਰੀ ਚਾਹੀਦੇ ਨੇ। ਯਾਨੀ ਕਿ ਕੋਪੀਓਮੋਟਰੀ 'ਚ ਜਿਹੜੀ ਪਾਵਰ ਹੈ ਉਹ 1000 ਨਿਊਟਨ ਮੈਥਰੀ ਚਾਹੀਦੀ ਹੈ। ਤੇ ਲਓ ਜੀ, ਅਸੀਂ ਗੱਲ ਕਰ ਰਹੇ ਸੀ ਕਿ ਕੋਪੀਓਮੋਟਰੀ 'ਚ ਇਹ ਮੈਕਸੀਮਮ ਇੱਥੇ ਆਉਂਦੀ ਹੈ। ਇਹ ਹੁੰਦਾ ਕੰਪੋ ਦੀ ਸਟੈਬਿਲਿਟਾ। ਜਿਹੜੇ ਅੱਛੇ ਡਰਾਈਵਰ ਹੁੰਦੇ ਨਾ ਉਹ ਕੰਪੋ ਦੀ ਸਟੈਬਿਲਿਟਾ ਵਿੱਚ ਰਹਿੰਦੇ ਨੇ। ਠੀਕ ਹੈ, ਨਾ ਘਟਦੇ ਨੇ ਨਾ ਵੱਧਦੇ ਨੇ। ਕੰਪੋ ਦੀ ਸਟੈਬਿਲਿਟਾ ਵਿੱਚ ਰਹਿਣਾ ਹੁੰਦਾ ਹੈ। ਇਹਦੇ ਵਿੱਚ ਜਿਹੜੀ ਕੋਪੀਓਮੋਟਰੀ 'ਚ ਹੁੰਦੀ ਨਾ ਮੈਕਸੀਮਮ ਯਾਨੀ ਕਿ ਤਾਕਤ ਜਿਹੜੀ ਹੁੰਦੀ ਹੈ ਇਹ ਹੁੰਦੀ ਹੈ ਕੋਪੀਓਮੋਟਰੀ 'ਚ ਹੁੰਦੀ ਹੈ ਮੀਲੇ ਜੀਰੀ ਦੇ ਉੱਤੇ। ਜਦ ਤਕਰੀਬਨ 950 1000 ਜੀਰੀ ਦੇ ਉੱਤੇ ਮੋਟਰ ਹੁੰਦੀ ਹੈ ਨਾ, ਉਸ ਟਾਈਮ ਮੈਕਸੀਮਮ ਕੋਪੀਓਮੋਟਰੀ 'ਚ ਹੁੰਦੀ ਹੈ। ਇਹਦੇ ਬਰਅਕਸ ਜਿਹੜਾ ਪੋਤੈਂਜ਼ਾ ਹੈ, ਪੋਤੈਂਜ਼ਾ ਹਾਲਾਂਕਿ ਜਿਹੜੀ ਕੋਪੀਓਮੋਟਰੀ 'ਚ ਹੈ ਇਹ ਉੱਤੋਂ ਸ਼ੁਰੂ ਹੋਈ ਹੈ। ਇਹ ਕਿਉਂਕਿ ਪਹਿਲੇ ਉੱਤੋਂ ਕਿਉਂ ਸ਼ੁਰੂ ਹੋਈ ਹੈ? ਕਿਉਂਕਿ ਤਾਕਤ ਜਿਹੜੀ ਹੈ ਨਾ ਗੱਡੀ ਮੂਵ ਕਰਨ ਲਈ, ਮਸਲਸ ਦੀ ਤਾਕਤ ਜਿਹੜੀ ਹੈ ਉਹ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਹੋਇਆ। ਠੀਕ ਹੈ, ਸਾਈਕਲ ਦੇ ਥਰੂ ਵੀ, ਔਰ ਅਸੀਂ ਬੇਲਾ ਔਰ ਪਿਸਤੌਨਚੀਨਾ ਦੇ ਵੀ ਦੇਖਿਆ ਕਿ ਉਹਨਾਂ ਦੇ ਥਰੂ ਜਿਹੜੀ ਤਾਕਤ ਜਿਹੜੀ ਹੈ ਇਹ ਸਟਾਰਟਿੰਗ ਦੇ ਵਿੱਚ ਜ਼ਿਆਦਾ ਚਾਹੀਦੀ ਹੁੰਦੀ ਹੈ। ਇਸ ਕਰਕੇ ਇਹਦਾ ਕੁਰਵਾ ਕੋਪੀਓਮੋਟਰੀ 'ਚ ਥੱਲੇ ਨਹੀਂ ਸ਼ੁਰੂ ਹੁੰਦਾ, ਇਹ ਉੱਤੋਂ ਹੀ ਸ਼ੁਰੂ ਹੁੰਦਾ ਹੈ। ਕਿਉਂਕਿ ਪਹਿਲੇ ਗੇਅਰ ਵਿੱਚ ਗੱਡੀ ਟੋਰਨੀ ਹੈ ਨਾ, ਇਸ ਕਰਕੇ ਕੋਪੀਓਮੋਟਰੀ 'ਚ ਇੱਥੋਂ ਸ਼ੁਰੂ ਹੋਵੇਗੀ। ਪਾਵਰ ਜ਼ਿਆਦਾ, ਤਾਕਤ ਜ਼ਿਆਦਾ ਚਾਹੀਦੀ ਹੁੰਦੀ ਹੈ। ਠੀਕ ਹੈ, ਤੇ ਕੋਪੀਓਮੋਟਰੀ 'ਚ ਇਸ ਕਰਕੇ ਉੱਤੋਂ ਸ਼ੁਰੂ ਹੋਵੇਗੀ, ਲੇਕਿਨ ਪੋਤੈਂਜ਼ਾ ਜਿਹੜਾ ਹੈ ਇਹ ਥੱਲੇ ਸ਼ੁਰੂ ਹੋਵੇਗਾ। ਲੇਕਿਨ ਮੀਲੇ ਜੀਰੀ ਦੇ ਨਹੀਂ, ਇਹ ਮੀਲੇ 500 così 500 quando
1500 1550 जीरी ਦੇ ਉੱਤੇ ਪੋਟੈਂਜ਼ਾ ਮੈਕਸਿਮਮ ਹੁੰਦਾ ਹੈ। ਠੀਕ ਹੈ ਜੀ, ਯਾਨੀ ਕਿ ਤੁਸੀਂ ਆਪਣੀ ਮੋਟਰ ਨੂੰ ਰੱਖਣਾ ਹੈ, ਜਦ ਤੁਸੀਂ ਇੱਕ ਵਧੀਆ ਡਰਾਈਵਰ ਹੈ ਉਹ ਜੇ ਆਪਣੀ ਗੱਡੀ ਨੂੰ ਚਲਾਉਂਦਾ ਪਿਆ ਤਾਂ ਉਹਨੂੰ ਆਪਣੀ ਮੋਟਰ ਨੂੰ ਰੱਖਣਾ ਹੈ 1000 ਜੀਰੀ ਤੋਂ ਲੈ ਕੇ 1500 1550 ਜੀਰੀ ਤੱਕ। ਇਹਦੇ ਵਿੱਚ ਹੀ ਕਿਉਂ ਰੱਖਣਾ ਹੈ? ਇਹਦੇ ਵਿੱਚ ਰੱਖਣ ਦੀ ਇੱਕ ਹੋਰ ਵਜ੍ਹਾ ਇਹ ਵੀ ਹੈ ਕਿ ਕਿਉਂਕਿ ਜਦ ਇਹਦੇ ਤੁਸੀਂ ਸਪੀਡ ਵਧਾਓਗੇ तो तुसी देख रहे हो कि जी कोपिया मोतरी च जी ताकत है वह भी थले लै रही है एकदम, और जी पोटेंजा है वह भी एकदम थले लै रहा वे। जे तुसी ज़्यादा रेसा दोगे तो वह वेस्ट ऑफ एनर्जी होगा, और ज़्यादा क्योंकि जे कंपन स्टेबिलिटी भी रखोगे तो तुहाडी गड्डी लंबे टाइम लिए चलेगी, वधिया चलेगी, कंज्यूम द कार्बन भी घट होगा। कंज्यूम द कार्बन तो इत्थे कुर्बानी मैं अगर तुहानूं शो करांगा, बेसिकली वह इत्थों शुरू होंदा है तो वह ये पहले स्टार्टिंग भी ज़्यादा होंदा है, अगे जाके इत्थे थले हो जाता है, इस एरिए ਦੇ ਵਿੱਚ ਥੱਲੇ ਰਹਿੰਦਾ ਹੈ ਕਿਉਂਕਿ ਕੰਪੋ ਦੀ ਸਟੈਬਿਲਿਟੀ ਦਾ ਏਰੀਆ ਹੈ, ਇਹਦੇ ਵਿੱਚ ਕੰਜ਼ਿਊਮਰ ਕਾਰਬਨ ਤੇ ਵੀ ਘੱਟ ਹੋਵੇਗਾ। ਲੇਕਿਨ ਜੇ ਇਹਦੇ ਤੋਂ ਅੱਗੇ ਤੁਸੀਂ ਰੇਸ ਹੋਰ ਦਿਓਗੇ ਤਾਂ ਇਹ ਜਿਹੜਾ ਕੁਰਵਾ ਹੈ ਕੰਜ਼ਿਊਮਰ ਕਾਰਬਨ ਤੇ ਦਾ, ਜਿਵੇਂ ਤੇਲ ਪਾਣੀ ਤੇਲ ਗੈਸ ਖਾਣ ਦਾ, ਪੈਟਰੋਲ ਖਾਣ ਦਾ, ਡੀਜ਼ਲ ਖਾਣ ਦਾ, ਇਹ ਕੁਰਵਾ ਉੱਤੇ ਵਧਣ ਲੱਗ ਪਵੇਗਾ ਕਿਉਂਕਿ ਅੱਗੇ ਬੇਫਾਇਦਾ ਰੇਸਾਂ ਤੁਸੀਂ ਦੇਣ ਲੱਗੇ ਹੋ। ਤੁਹਾਡੀ ਕੰਪੋ ਦੀ ਸਟੈਬਿਲਿਟੀ ਜਿਹੜੀ ਗੱਡੀ ਦੀ ਹੈ ਉਹ 1500 ਤੋਂ ਲੈ ਕੇ 1000 ਤੋਂ ਲੈ ਕੇ 1000 ਜੀਰੀ ਤੋਂ ਲੈ ਕੇ 1500 ਜੀਰੀ ਤੱਕ ਹੁੰਦੀ ਹੈ, ਜਿਹਦੇ ਵਿੱਚ ਕੋਪੀਓਮੈਟਰੀ 'ਚ ਮੈਕਸਿਮਮ ਆਉਂਦੀ ਹੈ, ਯਾਨੀ ਕਿ ਕੋਪੀਓਮੈਟਰੀ 'ਚ ਦੀ ਮੈਕਸਿਮਮ ਜ਼ੋਰ ਹੋਵੇਗਾ ਤਕਰੀਬਨ 1000 ਜੀਰੀ ਮੋਟਰ। ਇਹਦੇ ਵਿੱਚ ਜਦ 1500 ਜੀਰੀ ਮੋਟਰ ਯਾਨੀ ਉਹ ਮੀਟਰ ਹੁੰਦਾ ਨਾ, ਇੱਕ ਮੀਟਰ ਹੁੰਦਾ ਹੈ ਜਿਹਦੇ ਉੱਤੇ ਲਿਖਿਆ ਹੁੰਦਾ ਹੈ, ਇੱਕ ਮੀਟਰ ਦੇ ਉੱਤੇ ਲਿਖਿਆ ਹੁੰਦਾ ਹੈ किलोमीटर गड्डी किन्ने करती है, स्पीड किन्नी है। दूजे मीटर तो लिखी होंगी है, एक सूई होंगी जी रेस के नाल चलती रहती है, वो बहुत मोस्ट इंपोर्टेंट होंगी है, वो ही दस रही होंगी है भी गड्डी किन्नी जीरी कर रही है। जब वो उत्ते 10 तक सूई गई हो तो 1000 जीरी कर रही है, तो जे 15 तो होवे तो वो 1500 जीरी कर रही होंगी है। ठीक है, इस अलावा जद असी कोपिया मोतरी जो कोपिया मासीमा जी साड़ी वो इतने आएगी 1000 जीरी ते क्वेश्चन आने दे, और पोटेंजा मासीमा 1500 जीरी ते। ठीक है जी, एक कंपो की स्टेबिलिटी है। तो जब असी गेयर चेंज करते जाएंगे, फॉर एग्जांपल असी गेयर दूजे भी तीजा पाया, जब तीजा असी कितने कर लेना गेयर, जब 1000 तो 1500 तो जीरी तो वधिया कम 1600 जीरी हो गया, मान लो गेयर असी तीजा लाया, इस सूई ने थले आ जाना है। कि सूई ने जी रेस दसन वाली सूई है वो नीचे आ जाएगी 1000 जीरी के उत्ते, 1000 जीरी ते आ गए, फिर उन्होंने असी रेस देंदे जाना, पोटेंजा वधेगा, पोटेंजा आ जाएगा, फिर जब 1500 जीरी तो फिर पहुँचेगा, 1500 जीरी जब आएगी मोटर की प्लस होगी, फिर गेयर अगला आऊँगी चौथा, फिर उन्हें थले आ जाना, पंजवें तो भी थले आ जाना, 6वें गेयर तो भी थले आ जाना। ठीक है, वो थले 1000 जीरी दे गेयर आएगा, तुसी ये दरम्यान जब तुसी गेयर चेंज करते हो ना उत्ते जाता है, उत्ते जाता जब ओवर होने लगे स्पीड तो गेयर चेंज करना, उन्हें थले आ जाना। जे तो तुम समझो कि तुहाडी गड्डी बहुत स्लो हो गई है तो तुहाडी जीरी जे 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 कंपो की स्टेबिलिटी तो थले लै गई सूई जी है रेस वाली, तो फिर तुसी गेयर घटाओ कि तुहाडी सूई उत्ते इत्थे कंपो की स्टेबिलिटी विच रहे कि तुहाडी कंज्यूम कार्बन ते घट होवे। तो ਇਹਦੇ ਤੋਂ ਅੱਗੇ क्यों नहीं करना ਹੁੰਦਾ? एक तो कंज्यूम कार्बन ਤੇ ਵੱਧ ਹੋਵੇਗੀ, बेफायदा होगी। दूजा 1900 जीरी तो बाद ਜਿਹੜਾ 1900 जीरी होंदी है मोटर की 1500 तक है ना ओतिमो, यानी कि कंपो की स्टेबिलिटी है, यानी कि वधिया जो अच्छे ड्राइवर होंगे वो इत्थे चलाएंगे गड्डी 1000 तो 1500 के दरम्यान तकरीबन। जे 1900 जीरी तो चली जाएगी मोटर तो वह मतलब है कि मोटर रेड जोन भी चली गई है। ठीक है, जे 2500 मान लो जीरी भी, फिर मोटर जो इंजन थोड़ा खराब भी हो सकता है, इस करके बेफायदा यानी कि इंजन की म्याद घटेगी, इंजन बेफायदा यूज़ होगा, इंजन खराब होगा, इस करके इंजन रेड जोन में 1900 जीरी तो उत्ते चला जाता है। इस करके जो तुहाडी गड्डी अपनी हो कोई भी, तो कोशिश करनी है कि वो खासकर हैवी गड्डियों की गल कर रहा मैं, तो कोशिश करनी है कि वो कंपो की स्टेबिलिटी विच रहन। ਕਿਹੜਾ ਹੋਵੇਗੀ ਕੰਪ ਦੀ ਸਟੇਬਿਲਿਟੀ? ਜਿੱਥੇ ਕਿ ਸਟਾਰਟ ਹੋਵੇਗੀ ਕੋਪੀਓ ਮੋਤਰੀ 'ਚ ਮੈਕਸਿਮਮ ਜਿਹਦੀ ਜਦ ਮੈਕਸਿਮਮ ਤਾਕਤ ਹੁੰਦੀ ਹੈ 1000 ਜੀਰੀ ਤੇ ਕਿੱਥੇ ਤੱਕ ਰਹਿੰਦੀ ਹੈ ਕੰਪ ਦੀ ਸਟੇਬਿਲਿਟੀ? 1500 ਜੀਰੀ ਤੱਕ, ਜਿੱਥੇ ਕਿ
ਮੈਕਸਿਮਮ ਪੋਟੈਂਜ਼ਾ ਆਉਂਦਾ ਹੈ, ਇਹਦੇ ਤੋਂ ਬਾਅਦ ਇੱਕਦਮ ਪੋਟੈਂਜ਼ਾ ਵੀ ਕੱਟਣ ਲੱਗ ਪਵੇਗਾ, ਕੋਪੀਓਮੈਟਰੀ 'ਚ ਵੀ ਕੱਟਣ ਲੱਗ ਪਵੇਗੀ। ਠੀਕ ਹੈ ਜੀ। ਤੇ ਇਹ ਜਿਵੇਂ ਸਾਈਕਲ ਜੇ ਵੀ ਮੈਂ ਦੱਸ ਚੁੱਕਿਆ ਹੋਇਆ, ਇਹ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਹੋਇਆ। ਇਹ ਖਾਸ ਕਰ ਯਾਦ ਰੱਖਣਾ ਕਿ ਇਹ ਮਨੋਵੇਲਾ ਜਿਹੜਾ ਇਹ ਲੰਬਾਈ ਦੇ ਵਿੱਚ ਇਸ ਕਰਕੇ ਕਿ ਹੈਲਪ ਕਰਦਾ ਹੈ ਰੋਟੇਟ ਕਰਨ ਲਈ, ਯਾਨੀ ਕਿ ਹੈਲਪ ਕਰਦਾ ਹੈ ਪਾਵਰ ਬਣਾ ਕੇ ਅੱਗੇ ਦੇਣ ਦੇ ਲਈ, ਕੋਪੀਓਮੈਟਰੀ 'ਚ ਲਈ। ਤੇ ਅੱਗੇ ਅਸੀਂ ਗੱਲ ਕਰਾਂਗੇ ਹੁਣ ਕੰਜ਼ੂਮੇ ਦੀ। ਕੰਜ਼ੂਮੇ ਦੀ ਕਾਰਬਨ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸ ਚੁੱਕਿਆ ਹੈ, ਕੰਜ਼ੂਮੇ ਦੀ ਕਾਰਬਨ ਤੇ ਇਹ ਕੰਜ਼ੂਮੇ ਦੀ, ਕਿਉਂਕਿ ਕੰਪੋ ਦੀ ਸਟੈਬਿਲਿਟੀ ਹੋਵੇਗੀ ਨਾ ਮੋਟਰ ਦੀ, ਮੀਲੇ ਜੀ ਕਿਉਂ ਚੈਨ ਤੋਂ ਜਿੱਥੇ ਮੈਕਸਿਮਮ ਪੋਟੈਂਜ਼ਾ ਹੋਵੇਗਾ, ਇਹਦੇ ਦਰਮਿਆਨ ਹੀ ਤੁਸੀਂ ਦੇਖੋਗੇ, ਇਹ ਦੇਖੋ ਇਹ ਹੀ ਉਹ ਏਰੀਆ ਜਿੱਥੇ ਕੰਜ਼ੂਮਰ ਦੇ ਕਾਰਬਨ ਤੇ ਵੀ ਸਭ ਤੋਂ ਘੱਟ ਹੋ ਰਿਹਾ ਹੈ। ਠੀਕ ਹੈ, ਕੰਜ਼ੂਮਰ ਦੇ ਕਾਰਬਨ ਤੇ ਵੀ ਸਭ ਨਾਲੋਂ ਘੱਟ ਹੋ ਰਿਹਾ, ਕਮ ਤਰੀਨ ਕੰਜ਼ੂਮਰ ਕਾਰਬਨ ਤੇ ਹੋ ਰਿਹਾ, ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਦ ਸਾਡੀ ਇਹ ਸੂਈ ਹੈਗੀ ਹੈ ਮੀਟਰ ਦੀ, ਜਦ 10 ਤੇ ਆਉਂਦੀ ਹੈ, 10 ਤੋਂ ਉੱਤੇ ਹੋਣੀ ਚਾਹੀਦੀ ਹੈ ਔਰ ਤਕਰੀਬਨ 15 ਦੇ ਥੱਲੇ ਹੋਣੀ ਚਾਹੀਦੀ ਹੈ, ਇਹ ਹੋਵੇਗਾ ਗ੍ਰੀਨ ਏਰੀਆ, ਯਾਨੀ ਕਿ ਕੰਪੋ ਦੀ ਸਟੈਬਿਲਿਟੀ ਹੋਵੇਗਾ 1000 ਜੀਰੀ ਤੋਂ 1500 ਜੀਰੀ ਦੇ ਨਾਲ। 1000 ਜੀਰੀ ਤੇ ਜਿੱਥੇ ਕਿ ਕੋਪੀਓਮੈਟਰੀ 'ਚ ਮੈਕਸਿਮਮ ਹੋਵੇਗੀ, 1500 ਜੀਰੀ ਜਿੱਥੇ ਕਿ ਪੋਟੈਂਜ਼ਾ ਜਿਹੜਾ ਮੈਕਸਿਮਮ ਹੋਵੇਗਾ। ਤੇ ਇਹ ਚੀਜ਼ਾਂ ਸਾਨੂੰ ਕੁਐਸਚਨਾਂ ਵਿੱਚ ਵੀ ਮਿਲਣਗੀਆਂ, ਇੰਨਾ ਕੋਈ ਮੁਸ਼ਕਲ ਨਹੀਂ ਹੈ ਵੀ। ਤੇ ਸ਼ੁਰੂ ਕਰਦੇ ਹਾਂ ਕੁਝ ਕੁਐਸਚਨ ਤੇ ਉੱਦਾਂ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਤੇ ਸਾਡੇ ਕੋਲ ਹੈਗਾ ਪਹਿਲਾ ਕੁਐਸਚਨ, ਕਹਿੰਦੇ ਕੋਪੀਓਮੈਟਰੀ 'ਚ ਜਿਹੜੀ ਯਾਨੀ ਕਿ ਕੋਪੀ ਤਾਕਤ, ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਪਹਿਲੇ, ਮੋਟਰ ਦੀ ਜਨਰੇਟ ਹੋਣੀ ਹੈ ਫੋਰਸ applicata pressione sul albero motore, ਕਹਿੰਦੇ ਪਏ ਫੋਰਸ ਜਿਹੜੀ ਤਾਕਤ ਅਪਲਾਈ ਹੁੰਦੀ ਹੈ ਆਲਬਰੋ ਮੋਟੋਰੇ ਦੀ ਤਰਫੋਂ attraverso la manovella ਜਿਹੜਾ ਕਿ ਉਹ ਲੰਬਾਈ ਵਿੱਚ ਹੁੰਦਾ ਥੋੜ੍ਹਾ, ਜਿਹੜਾ ਕਿ ਉਹਨੂੰ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਜਿਵੇਂ ਸਾਈਕਲ ਦੇ ਪੈਡਲ ਦੀ ਤਰ੍ਹਾਂ ਉਹਨੂੰ ਐਕਸਟੈਂਸ਼ਨ ਦੇ ਕੇ ਉਹਨੂੰ ਰੋਟੇਸ਼ਨ ਦੇਣ ਵਿੱਚ ਆਸਾਨੀ ਪੈਦਾ ਕਰਦਾ ਹੈ। ਇਸ ਕਰਕੇ ਕੁਐਸਚਨ ਦਰੁਸਤ ਕੰਪੇਅਰ ਹੋਇਆ। ਕੋਪੀਓਮੈਟਰੀ 'ਚ ਹੈ ਮੋਟਰ endotérmico ਜਿਹੜੀ ਮੋਟਰ ਹੈ ਇਹ una prodotto ਵਾਲਾ ਕੁਐਸਚਨ ਮੈਂ ਤੁਹਾਨੂੰ ਦੱਸਿਆ ਸੀ ਵੇਲੇ, ਕੁਐਸਚਨ ਪ੍ਰੋਡੋਟੋ ਹੋਇਆ ਤਾਂ ਵੇਰ ਹੋਇਆ ਪ੍ਰੋਡੋਟੋ, ਕਿਉਂਕਿ ਮਲਟੀਪਲਾਈ ਕਰਦਾ ਹੈ, ਕਿਉਂਕਿ ਜਦ ਤੁਸੀਂ ਐਕਸਟੈਂਸ਼ਨ ਵਾਲਾ ਲੇਵਾ ਲਾਓਗੇ ਨਾ, ਜਦ ਇੱਕ ਟਾਇਰ ਖੋਲ੍ਹਣ ਦੇ ਲਈ ਐਕਸਟੈਂਸ਼ਨ ਵਾਲਾ ਇੱਕ ਪਾਈਪ ਲਾਓਗੇ ਤਾਂ ਉਹ ਤੁਹਾਨੂੰ ਆਸਾਨੀ ਪੈਦਾ ਕਰੇਗਾ, ਮਲਟੀਪਲਾਈ ਕਰੇਗਾ, ਤੁਹਾਡੀ ਤਾਕਤ ਵਧਾਏਗਾ ਉਹਦੇ ਨਾਲ। ਠੀਕ ਹੈ, ਤਰਾਉਨੋ ਫੋਰਜ਼ਾ ਇੱਕ ਤਾਕਤ ਨੂੰ, ਇਹ ਉਹਨਾਂ ਲੰਗੇਜ਼ਾ ਇੱਕ ਲੰਬਾਈ ਦੇ ਨਾਲ, ਦਰੁਸਤ ਕੰਪੇਅਰ ਹੋਇਆ ਕਿ ਲੰਬਾਈ ਦੇ ਨਾਲ ਇੱਕ ਪ੍ਰੋਡੋਟੋ ਯਾਨੀ ਕਿ ਮਲਟੀਪਲਾਈ ਕਰਦਾ ਹੋਵੇ ਤੁਹਾਡੀ ਤਾਕਤ ਨੂੰ। ਤਰਾਉਨੋ ਫੋਰਜ਼ਾ ਇੱਕ ਤਾਕਤ ਤੁਹਾਡੀ ਨੂੰ ਪ੍ਰੋਡੋਟੋ ਮਲਟੀਪਲਾਈ ਕਰਦਾ ਹੈ, ਜ਼ਾਹਰੀ ਗੱਲ ਹੈ, ਦਰੁਸਤ ਕੰਪੇਅਰ ਹੋਇਆ। ਇਸੇ ਕਰਕੇ ਸਾਈਕਲ ਦੇ ਪੈਡਲ ਥੋੜ੍ਹੇ ਲੰਬੇ ਰੱਖੇ ਹੁੰਦੇ ਨੇ, ਜਿੰਨੇ ਲੰਬੇ ਹੋਣਗੇ ਉਤਨਾ ਆਸਾਨੀ ਹੁੰਦੀ ਹੈ ਸਾਈਕਲ ਦੇ ਪੈਡਲ ਮਾਰਨੇ ਵਿੱਚ ਵੀ। ਕੋਪੀਓਮੈਟਰੀ 'ਚ ਮੋਟੋਰੇ endotérmico e una somma ਦਾ ਹੁੰਦਾ ਮਤਲਬ ਯਾਨੀ ਕਿ ਜਮ੍ਹਾਂ ਕਰਦਾ ਹੈ, ਇਹ ਤਰਾ ਫੋਰਜ਼ਾ ਦੇ ਨਾਲ ਇਹ ਜਮ੍ਹਾਂ ਨਹੀਂ ਕਰਦਾ, ਇਹ ਪ੍ਰੋਡਕਟ ਯਾਨੀ ਕਿ ਇਹਨੂੰ ਕਹਿ ਸਕਦੇ ਮਲਟੀਪਲਾਈ ਕਰ ਕਹਿ ਸਕਦੇ ਆ, ਸੋਮਾ ਜਮ੍ਹਾਂ ਕਰਨਾ ਨਹੀਂ ਕਹਿ ਸਕਦੇ ਆ ਵੀ ਉਹਨਾਂ ਲੰਗੇਜ਼ਾ ਲੰਬਾਈ ਦੇ ਵਿੱਚ ਜਿਹੜਾ ਮਨੋਵੇਲਾ ਹੁੰਦਾ ਉਹਦੇ ਨਾਲ ਜਮ੍ਹਾਂ ਦਾ ਲਫ਼ਜ਼ ਕਰੈਕਟ ਨਹੀਂ ਹੋਣ ਲੱਗਾ, ਕਿਉਂਕਿ ਉਹ ਤਾਕਤ ਨੂੰ ਮਲਟੀਪਲਾਈ ਕਰਕੇ ਦਿੰਦਾ ਹੈ, ਜਿੰਨਾ ਕਿ ਲੰਬਾ ਹੋਵੇਗਾ ਉਨੇ ਜ਼ਿਆਦਾ ਹੀ ਮਲਟੀਪਲਾਈ ਕਰਕੇ ਪਾਵਰ ਪਿੱਛੇ ਦੇਗਾ ਕਿ ਆਸਾਨ ਰੋਟੇਸ਼ਨ ਹੋ ਸਕੇ। ਇਸ ਕਰਕੇ ਕੁਐਸਚਨ ਹੈ ਫਾਲਸੋ। ਕੋਪੀਓਮੈਟਰੀ 'ਚ ਜਨਰੇਟ ਤਲਾ ਕਹਿੰਦੇ ਕੋਪੀਓਮੈਟਰੀ ਜਿਹੜੀ ਜਨਰੇਟ ਕੀਤੀ ਜਾਂਦੀ ਹੈ ਦਲਾ ਫੋਰਜ਼ਾ applicata del sistema frenante, ਜਿਹੜਾ ਸਿਸਟਮ ਫਰੇਨਾਂਤੇ ਨਾਲ ਕੋਪੀਓਮੈਟਰੀ 'ਚ ਦਾ ਕੀਤਾ ਲੱਗੇ, ਮੋਟਰ ਦੀ ਪਾਵਰ ਜਿਹੜੀ ਕਿ ਪਿਸਟਨ ਵਗੈਰਾ ਤੋਂ ਬੇਲਾ ਮੈਨੂਵੇਲੇ ਤੋਂ ਪ੍ਰੋਡਿਊਸ ਹੁੰਦੀ ਹੈ ਫਾਜ਼ ਦੀ ਕੰਬਸਸ਼ਨ ਵਿੱਚ, ਉਹਦਾ ਸਿਸਟਮ ਫਰੇਨਾਤੂਰਾ ਨਾਲ ਤਲਕ ਹੀ ਨਹੀਂ ਹੈ ਵੀ। ਠੀਕ ਹੈ, ਮੇਜ਼ੀ ਦਲਾ ਰੋਤਾ ਗੱਡੀ ਦੇ ਟਾਇਰ ਦੇ ਨਾਲ ਗਲਤ ਕਹਿੰਦੇ ਫਾਲਸ ਹੋਇਆ। ਕਹਿੰਦੇ nella curva di coppia numero di giri corrispondente della coppia massima, ਕਹਿੰਦੇ ਨੰਬਰ ਦੀ ਜਿਹੜੀ ਜਿੱਥੇ ਕੋਪੀਆ ਮਾਸੀਮਾ ਹੁੰਦੀਆਂ ਨੇ, ਜਿੱਥੇ ਕੋਪੀਆ ਮਾਸੀਮਾ ਹੋਵੇਗੀ ਕਹਿੰਦੇ coincide con quale di consumo massimo, ਨਹੀਂ ਕਹਿੰਦੇ ਕੰਜ਼ੂਮਰ ਮਾਸੀਮਾ ਹੋਵੇਗੀ। ਮੈਂ ਤੁਹਾਨੂੰ ਕੀ ਦੱਸਿਆ ਸੀ, ਜਦ ਕੋਪੀਆ ਮਾਸੀਮਾ ਹੋਵੇ ਕੰਪੋ ਦੀ ਸਟੈਬਿਲਿਟੀ ਵਿੱਚ ਆਵੇਗੀ ਉੱਥੇ ਗੱਡੀ, ਯਾਨੀ ਕਿ ਨਿੰਬਰੋ ਮੀਲੇ ਜੀਰੀ ਹੋਗੀ ਨਾ, ਉੱਥੇ ਕੰਜ਼ੂਮਰ ਦੇ ਕਾਰਬਨ ਤੇ ਵੀ ਘਟੇਗਾ, ਕੰਪੋ ਦੀ ਸਟੈਬਿਲਿਟੀ ਤਾਂ ਹੀ ਹੁੰਦਾ ਨਾ ਕਿ ਕੰਜ਼ੂਮਰ ਦੇ ਕਾਰਬਨ ਤੇ ਵੀ ਘਟੇ। ਇੱਕ ਨੰਬਰ ਤੇ ਤੁਹਾਡੀ ਕੋਪੀਆ ਮਾਸੀਮਾ ਹੁੰਦੀ ਹੈ ਮੀਲੇ ਜੀਰੀ ਦੇ ਉੱਤੇ, ਠੀਕ ਹੈ,
फिर उत्थे कंज्यूमर दी रिक्वायरमेंट भी लो लेवल ते आ जाती है और ਉਹਦੇ ਤੋਂ ਬਾਅਦ 1500 ਲੈਵਲ ਤੱਕ 1500 ਤੱਕ ਜਿਹੜਾ ਕੰਪੋਜ਼ ਸਟੇਬਿਲਿਟੀ ਵਿੱਚ ਤੁਸੀਂ ਰਹਿੰਦੇ ਹੋ ਕਿਉਂਕਿ 1500 ਤੱਕ ਜਿਹੜੀ ਹੈ ਕੰਜ਼ਿਊਮਰ ਰਿਕੁਆਇਰਮੈਂਟ ਤੇ ਥੱਲੇ ਰਹਿੰਦੀ ਹੈ 1500 ਜੀਰੀ ਤੱਕ ਤੇ ਪੋਟੈਂਜ਼ਾ ਵੱਧਦਾ ਰਹਿੰਦਾ ਹੈ। ਇਸ ਕਰਕੇ ਕੁਐਸਚਨ ਕਹਿੰਦੇ ਪਏ ਕੋਪੀਆ ਮਾਸੀਮਾ ਜਿੱਥੇ ਮੈਕਸਿਮਮ ਤਾਕਤ ਹੈਗੀ ਕੰਜ਼ੂਮਰ ਮਾਸੀਮੋ ਹੋਵੇਗੀ, ਕੰਜ਼ੂਮਰ ਮਾਸੀਮੋ ਨਹੀਂ ਹੋਣ ਲੱਗੀ ਕਿਉਂਕਿ ਗੇਅਰ ਵੱਡਾ ਚੜ੍ਹਦਾ ਰਹੇਗਾ ਨਾ। ਜੇ ਤਾਂ ਗੇਅਰ ਛੋਟਾ ਹੋਵੇ ਤਾਂ ਹੋਰ ਗੇਅਰ ਵੱਡਾ ਚੜ੍ਹਦਾ ਰਹੇਗਾ ਨਾ ਤਾਂ ਕੰਜ਼ੂਮੋ ਜਿਹੜੀ ਹੈ ਉਹ ਘਟਦੀ ਰਹੇਗੀ। ठीक है, स्पीड ਵੱਧਦੀ ਰਹੇਗੀ, ਕੋਪੀਆ ਮਾਸੀਮਾ ਵੱਧ ਜਾਏਗੀ। ठीक है, ਕੋਪੀਆ ਮਾਸੀਮਾ ਦੇ ਉੱਤੇ ਇੱਕ ਕੰਜ਼ੂਮੋ ਮਾਸੀਮੋ ਵੀ ਨਹੀਂ ਹੁੰਦਾ ਇੱਕ ਹੀ ਚੀਜ਼ ਔਰ ਦੂਜਾ ਪੋਟੈਂਜ਼ਾ ਮਾਸੀਮਾ ਵੀ ਕੋਪੀਆ ਮਾਸੀਮਾ ਤੇ ਨਹੀਂ ਹੁੰਦਾ ਕਿਉਂਕਿ ਕੋਪੀਆ ਮਾਸੀਮਾ ਹੋਵੇਗਾ 1000 ਜੀਰੀ ਦੇ ਉੱਤੇ 1500 ਜੀਰੀ ਦੇ ਉੱਤੇ ਪੋਟੈਂਜ਼ਾ ਮਾਸੀਮਾ ਹੋਵੇਗਾ। ਇਸ ਕਰਕੇ ਚੀਜ਼ਾਂ ਸਮਝ ਨਹੀਂ ਆਉਂਦਾ। ਇਹ ਕੁਐਸਚਨ ਹੋਇਆ ਫਾਲਸੋ। कहने लगा curva di coppia ਜਿਹੜਾ curva coppia ਹੈ ਤਾਕਤ ਜਿਹੜੀ ਕੋਪੀਏ ਦੀ ਕੋਪੀਆ ਤਾਕਤ ਨੂੰ ਕਹਿੰਦੇ ਨੇ। ਠੀਕ ਹੈ, ਰੋਟੇਟ ਕਰਨ ਲਈ ਦੀ ਉਹਨਾਂ ਮੋਟਰ ਦੀ ਜਿਹੜੀ ਤਾਕਤ ਹੈ, ਮੋਟਰ ਦੀ ਤਾਕਤ ਦਾ ਜਿਹੜਾ curva ਅਸੀਂ ਪਿੱਛੇ ਦੇਖ ਕੇ ਆਏ ਹਾਂ 1000 giri ਤੋਂ ਮੈਕਸਿਮਮ ਹੁੰਦਾ ਨਾ। ਇਹ ਮੋਟਰ ਇੰਦੋਥਰਮਿਕੋ descrivi il valore della coppia ਕਹਿੰਦੇ ਜਿਹੜੀ ਲਿਖੀ ਹੁੰਦੀ ਦੱਸਦੇ ਨੇ ਇੱਕ ਵੈਲਿਊ ਕੋਪੀਆ ਦੀ ਤਾਕਤ ਦੀ alla varia del numero di giri ਇਹਦੇ 'ਚ ਫਰਕ ਪੈਂਦਾ ਨੰਬਰ ਦੀ ਜੀਰੀ ਦੇ ਅਕੋਰਡਿੰਗ। ਜ਼ਾਹਿਰ ਗੱਲ ਹੈ ਨੰਬਰ ਦੀ ਜੀਰੀ ਦੇ ਅਕੋਰਡਿੰਗ ਯਾਨੀ ਕਿ ਜਿਤਨੇ ਜੀਰੀ ਇੱਕ ਮੋਟਰ ਕਰ ਰਹੀ ਹੈ ਉਹਦੇ ਹਿਸਾਬ ਨਾਲ ਤਾਂ ਉੱਤੇ ਥੱਲੇ ਇਹਨੇ ਹੋਣਾ ਹੀ ਹੈ ਨਾ। ਠੀਕ ਹੈ, ਪੋਟੈਂਜ਼ਾ ਵੀ curva della potenza ਉਹ ਵੀ ਉੱਤੇ ਥੱਲੇ ਹੁੰਦਾ ਹੈ, curva di coppia motrice ਇਹ ਵੀ ਉੱਤੇ ਥੱਲੇ ਹੋਵੇਗਾ। ਜ਼ਾਹਿਰ ਗੱਲ ਹੈ ਫਿਰ ਹੋਇਆ che in un motore endotermico, ਜਿਹੜੀ endotermico motore andamento della curva di coppia all'aumentare del numero di giri ਕਹਿੰਦੇ andamento il curva coppia ਜਿਹੜਾ curva coppia ਹੈ aumentare ਵਧੇਗਾ il numero di giri ਜਦ numero di giri ਵਧਣਗੇ da prima crescendo ਪਹਿਲੇ ਇਹ ਵੱਧਦਾ ਵੇ। ਠੀਕ ਹੈ ਜੀ, curva coppia ਕੀ ਹੈ ਅਸੀਂ ਪਹਿਲੇ ਦੇਖਿਆ ਸੀ, ਪਹਿਲੇ ਥੱਲੇ ਨਹੀਂ ਸਟਾਰਟ ਲੈਂਦਾ, ਇਹ ਪਹਿਲੇ ਵੱਧਦਾ ਵੇ। raggiunge una valore massimo ਮੈਕਸਿਮਮ ਵੈਲਿਊ ਤੱਕ ਜਾਂਦਾ। ਕਿਹੜੀ ਮੈਕਸਿਮਮ ਵੈਲਿਊ ਜਦ 1000 ਜੀਰੀ ਹੁੰਦੇ ਨੇ ਤਾਂ ਇਹ ਤਕਰੀਬਨ ਮੈਕਸਿਮਮ ਵੈਲਿਊ ਤੱਕ ਗਿਆ ਹੁੰਦਾ। E poi decresce और उस तो बाद थल्ले लेना शुरू हो जाता है। एक क्वेश्चन समझ दो, कहने द प्रीमा decrescende पहले उत्ते चढ़ना है curva जो कॉपी है ना इन्हें पहले उत्ते aumentare ਵਧੇਗਾ decrescende ਵਧੇਗਾ ਚੜੇਗਾ raggiunge una valore massimo मैक्सिमम वैल्यू ਤੇ ਜਾਏਗਾ ਜਿਹੜਾ ਕਿ 1000 ਜੀਰੀ ਤੇ ਜਾਂਦਾ ਮੈਕਸਿਮਮ ਵੈਲਿਊ ਤੇ ਜਿੱਥੋਂ ਕੰਪੈਟੀਬਿਲਟਾ ਸਟਾਰਟ ਹੁੰਦੀ ਹੈ ਉਹ e poi decresce और ਉਹਦੇ ਤੋਂ ਬਾਅਦ ਥੱਲੇ ਲੈਣਾ ਸ਼ੁਰੂ ਹੋ ਜਾਂਦਾ। ਦਰੁਸਤ ਕਿਨੇ ਪੇ ਵੇਰ ਹੋਇਆ ਇਹ ਕਹਿੰਦੇ ਬੇ एक curva coppia di una motore, एक curva coppia ਜਿਹੜਾ ਇੱਕ ਮੋਟਰ ਦਾ allora curva coppia di una motore endotermico decresce di valore della coppia al variare ਜਿਹੜੀ ਵੈਲਿਊ ਹੈ curva coppia ਦੀ ਕੋਪੀਆ ਤਾਕਤ ਜਿਹੜੀ ਹੈ ਇਹਦੀ ਵੈਲਿਊ ਜਿਹੜੀ ਹੈ ਵਾਰੀਅਰ ਦੀ ਤਬਦੀਲੀ ਬਦਲਾਅ ਆਏਗਾ ਦਿਲ ਪੈਸੋ ਦਿਲ ਵੀਲ ਗੱਡੀ ਦੀ ਪੈਸੋ ਤੇ ਐਸੀ ਪੈਸੋ ਦੀ ਕਿਤੇ ਵੀ ਗੱਲ ਨਹੀਂ ਕੀਤੀ ਹੈ ਵੀ। ਠੀਕ ਹੈ, ਨੰਬਰ ਦੀ ਜੀਰੀ ਦੇ ਹਿਸਾਬ ਨਾਲ ਆ ਸਕਦਾ। ਠੀਕ ਹੈ, ਤੇ ਇਹਦੇ ਤੋਂ ਇਲਾਵਾ ਜਿਹੜਾ ਨੰਬਰ ਦੀ ਜੀਰੀ ਦੇ ਜਿਹੜੀ ਹੋਵੇਗੀ ਨਾ ਉਹਦੀ ਬੇਸ ਦੇ ਉੱਤੇ ਥੱਲੇ ਹੋ ਸਕਦਾ। ਠੀਕ ਹੈ, ਇਹਦੇ ਤੋਂ ਇਲਾਵਾ ਇਹ ਗਲਤ ਕਹਿੰਦੇ ਪਏ ਕਿ ਫਾਲਸ ਹੋਇਆ, ਕਹਿੰਦੇ ਪਏ ਵਾਰੀਅਰ ਬਦਲਾਓ ਤਬਦੀਲੀ ਉਤਾਰ ਚੜਾਅ ਹੋਊਗਾ ਦਿਲ ਪੈਸ ਦਿਲ ਵੀਲ ਗੱਡੀ ਦੀ ਵਜ਼ਨ ਹਿਸਾਬ ਨਾਲ। ਵਜ਼ਨ ਦਾ ਕੋਈ ਚੱਕਰ ਨਹੀਂ ਹੈ, ਇਸ ਉੱਤੇ ਪੜ੍ਹ ਗਏ ਇਹ ਨੰਬਰ ਦੀ ਜੀਰੀ ਵਾਰੀਅਰ ਦਿਲ ਨੰਬਰ ਦੀ ਜੀਰੀ ਕਿਉਂਕਿ ਨੰਬਰ ਦੀ ਜੀਰੀ ਹੋਵੇਗੀ ਨਾ ਮੀਲੇ ਹੋਵੇਗੀ ਤਾਂ ਹੀ ਮੈਕਸਿਮਮ ਜਾਏਗਾ, ਮੀਲੇ ਤੋਂ ਘਟੇਗੀ ਤੇ ਫਿਰ ਮੀਲੇ ਤੋਂ ਵਧੇਗੀ ਤੇ ਤਾਂ ਵੀ ਘਟੇਗਾ। ਠੀਕ ਹੈ, ਵਾਰੀਅਰ ਤਬਦੀਲੀ ਉਹਦੇ ਵਿੱਚ ਆਉਂਦੀ ਹੈ। ਠੀਕ ਹੈ, ਲੇਕਿਨ peso del da cotelak नहीं है। लेकिन in un motore endotermico andamento della curva coppia aumentare che nell'andamento della curva coppia ਹੈ curva ਜਿਹੜਾ ਅਸੀਂ ਦੇਖ ਕੇ ਆਏ ਹਾਂ ਫੋਟੋ ਦੇ ਵਿੱਚ ਕੋਪੀਆ ਦਾ ਤਾਕਤ ਜਿਹੜੀ ਹੈ aumentare del numero di giri ਕਹਿੰਦੇ ਵਧੇਗਾ numero di giri prima di crescende prima ਤੇ ਕ੍ਰੈਸ਼ੈਂਡੇ ਹੁੰਦਾ ਹੈ ਡੀਕ੍ਰੈਸ਼ੈਂਡੇ ਨਹੀਂ ਹੁੰਦਾ। ਇੱਥੇ ਕੁਐਸਚਨ ਗਲਤ ਹੋ ਗਿਆ ਕਿਉਂਕਿ ਪਹਿਲੇ ਜਿਹੜਾ ਹੁੰਦਾ curva
ਜਿਹੜਾ ਕੋਰਵਾ ਕੋਪੀ ਹੈ ਨਾ ਮੋਤਰੀਚੇ ਜਿਹੜੀ ਉਹ ਤਾਕਤ ਹੈ ਕੋਪੀਆ ਦੀ, ਕੋਪੀਆ ਜਿਹੜੀ ਇਹ ਪਹਿਲੇ ਵਧੀ ਹੁੰਦੀ ਹੈ, ਵੱਧਦੀ ਹੈ, ਪਹਿਲੇ ਘਟਦੀ ਨਹੀਂ ਹੈ ਵੀ, ਠੀਕ ਹੈ। ਕਹਿੰਦੇ ਪ੍ਰੀਮਾ ਪਹਿਲੇ ਘਟੇਗੀ, ਰਿਜੂੰਜਨ ਵਲੋਰੇ ਮਿਨੀਮਮ ਔਰ ਘੱਟ ਤੋਂ ਘੱਟ ਵੈਲਿਊ ਤੇ ਆਵੇਗੀ। ਗਲਤ ਕਹਿੰਦੇ ਪਿਆ, ਇੱਥੇ ਗਲਤ ਹੋ ਗਿਆ। ਇਹ ਪੋਈ ਔਰ ਇਹਦੇ ਤੋਂ ਬਾਅਦ ਕ੍ਰੈਸ਼ ਔਰ ਇਹਦੇ ਤੋਂ ਬਾਅਦ ਚੜੇਗੀ ਨਹੀਂ। ਇਹ ਉੱਤੇ ਜਿਵੇਂ ਅਸੀਂ ਤੀਸਰਾ ਕੁਐਸਚਨ ਪੜ੍ਹਿਆ ਇਹ ਚੀਜ਼ ਸੀ, ਦਾ ਪ੍ਰੀਮਾ crescente ਪਹਿਲੇ ਵਧੇਗੀ, ਰਿਜੂੰਜਨ ਵਲੋਰੇ ਮਾਸੀਮੋ, ਮਾਸੀਮੋ ਵਲੋਰੇ ਤੇ ਜਾਏਗੀ, ਮਿਨੀਮਮ ਤੇ ਨਹੀਂ। ਪੀ ਦੀ crescente ਫਿਰ ਥੱਲੇ ਆਵੇਗੀ, ਠੀਕ ਹੈ। ਕਿਉਂਕਿ ਅਸੀਂ ਦੇਖਿਆ ਕਿ 1000 ਜੀਰੀ ਦੇ ਉੱਤੇ ਮੈਕਸੀਮਮ ਕੋਰਵਾ ਕੋਪੀਆ ਹੁੰਦੀ ਹੈ ਅਤੇ ਉਹਦੇ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦਾ ਕੋਰਵਾ ਜਿਹੜਾ ਕੋਪੀਆ ਦਾ। ਇਸ ਕਰਕੇ ਇਹ ਕੁਐਸਚਨ ਵੀ ਫਾਲਸੋ। ਹਾਂਜੀ, ਅਤੇ ਜੇ ਤੁਸੀਂ ਇਤਨੇ ਮੇਰਾ ਵੀਡੀਓ ਤੱਕ ਆ ਚੁੱਕੇ ਹੋ ਤੇ ਫਿਰ ਤੁਸੀਂ ਇੱਕ ਹੋਰ ਟਿਪ ਲਿਖ ਲਓ। ਜੇ ਲਿਖਿਆ ਹੋਇਆ ਕਿ ਉਸ ਕੁਐਸਚਨ ਦੇ ਵਿੱਚ ਸੇ ਆਮਪੀਓ, ਕੁਐਸਚਨ ਹੋ ਜਾਏਗਾ ਵੇਰੋ। ਸੇ ਆਮਪੀਓ ਯਾਨੀ ਕਿ ਜੇ ਅਗਰ बढ़ेगा तो, ਜੇ बढ़ेगा तो, ਜੇ ਵਧੇਗਾ तो। ਜੇ ਆ ਜੇ ਪਿਊ ਆਮਪੀਓ ਤਾਂ ਕੁਐਸਚਨ ਹੋ ਜਾਂਦਾ ਫਾਲਸੋ। ਇੱਥੇ ਨਹੀਂ ਸੀ ਦੇ ਵਿੱਚ ਚੀਕੂ ਚੀਜ਼ ਦੇ ਵਿੱਚ ਸੋਰੀ ਕਿਤੇ ਵੀ ਆ ਜਾਏ ਸੇ ਆਮਪੀਓ ਆ ਜਾਏ ਕੁਐਸਚਨ ਵੇਰੋ ਕਰ ਦੇਣੇ ਨੇ, ਪਿਊ ਆਮਪੀਓ ਆ ਜਾਏ ਤਾਂ ਕੁਐਸਚਨ ਫਾਲਸੋ ਕਰ ਦੇਣੇ ਨੇ। ਕਹਿੰਦੇ ਨੇ ਅਗਲਾ ਕੁਐਸਚਨ ਹੈ ਸਾਡੇ ਕੋਲੇ il funzionamento del motore, ਕਹਿੰਦੇ ਫੰਕਸ਼ਨਮੈਂਟ ਜਿਹੜੀ ਫੰਕਸ਼ਨ ਕਰਦੀ ਨਾ ਮੋਟਰ, ਡਿਸਕ੍ਰਿਵੀਬਲ ਯਾਨੀ ਕਿ ਜਿਹੜਾ ਲਿਖਤ ਵਿੱਚ ਸ਼ੋਅ ਕਰਾਉਂਦੇ ਨੇ ਪਤਾ ਲੱਗਦਾ ਹੈ। attraverso la curve caratteristiche, ਕੁਰਵਿਆਂ ਦੇ ਨਾਲ ਜਿਹੜੀਆਂ ਖੂਬੀਆਂ ਹੁੰਦੀਆਂ ਨੇ, ਦੀ ਕੋਪੀਆ ਯਾਨੀ ਕਿ ਤਾਕਤ ਦੀ ਖੂਬੀਆਂ, ਇਹਦੀ ਪੋਟੈਂਜ਼ਾ ਔਰ ਪੋਟੈਂਜ਼ਾ ਜਿਹੜੀ ਕਿ ਇਹ ਵੀ ਤਾਕਤ ਹੁੰਦੀ ਹੈ ਕਵਾਲੀਏ ਦੀ, ਔਰ ਨਿਊਟਨ ਮੈਟਰੀ ਜਿਹੜਾ ਕਿ ਕੋਪੀਆ ਮੋਤਰੀਚੇ ਹੁੰਦੀ ਹੈ। ਇਹਦੀ ਜਿਹੜੀਆਂ ਇਹ ਅਸੀਂ ਕੁਰਵੇ ਤੋਂ ਜਿਵੇਂ ਕਿ ਮੈਂ ਤੁਹਾਨੂੰ ਪਹਿਲੀ ਦੱਸ ਚੁੱਕੇ ਹੋਏ ਹਾਂ, ਠੀਕ ਹੈ। ਇਹ ਕਿੱਥੇ ਲਿਖ ਕੇ ਦੱਸਦੇ ਹਾਂ ਜੀ, attraverso una curva, ਇਹ ਕੁਰਵੇ ਦੇ ਨਾਲ, ਜਿਵੇਂ ਕੁਰਵਾ ਕੋਪੀਆ ਔਰ ਕੁਰਵਾ ਦੀ ਪੋਟੈਂਜ਼ਾ ਹੁੰਦਾ ਹੈ। ਦਰੁਸਤ ਕਹਿੰਦੇ ਵੇਰ ਹੋਇਆ andamento della curva di coppia, curva di coppia ਜਦ ਇਹਦੀ ਪੋਟੈਂਜ਼ਾ ਔਰ ਜਿਹੜਾ ਕੁਰਵਾ ਦੀ ਪੋਟੈਂਜ਼ਾ ਹੈ legato, ਕਹਿੰਦੇ ਵੀ ਜਿਹੜਾ ਚੱਲਦਾ ਹੈ ਨਾ ਕੁਰਵਾ ਦੀ ਕੋਪੀਆ ਔਰ ਕੁਰਵਾ ਦੀ ਪੋਟੈਂਜ਼ਾ legato ਜੁੜਿਆ ਹੁੰਦਾ ਹੈ al numero di giri del motore, ਵੀ numero di giri del motore ਨਾਲ ਜੁੜਿਆ ਹੁੰਦਾ ਹੈ। ਵੇਰ ਹੋਇਆ numero di giri ਨਾਲ ਤਾਂ ਖਾਸ ਤਾਲੁਕ ਹੁੰਦਾ ਨਾ, ਕਿਉਂਕਿ ਜਿਵੇਂ ਕਿ ਸਾਨੂੰ ਪਤਾ ਕਿਵੇਂ ਲੱਗਦਾ ਹੈ, ਸਾਨੂੰ ਪਤਾ ਲੱਗਦਾ ਹੈ ਕਿ ਮੈਕਸੀਮਮ ਜਿਹੜੀ ਕੋਪੀਆ ਮੋਤਰੀਚੇ ਹੁੰਦੀ ਹੈ ਨਾ ਉਹ ਹੁੰਦੀ ਹੈ 1000 ਜੀਰੀ ਦੇ ਉੱਤੇ, ਉਹਦੇ ਤੋਂ ਬਾਅਦ ਘਟਣਾ ਪੈਂਦੀ ਹੈ। ਫਿਰ ਜਿਹੜੀ ਮੈਕਸੀਮਮ ਪੋਟੈਂਜ਼ਾ ਹੁੰਦਾ ਨਾ ਉਹ 1500 ਤਕਰੀਬਨ 1500 ਜੀਰੀ 'ਤੇ ਹੁੰਦਾ, ਉਹਦੇ ਤੋਂ ਬਾਅਦ ਘਟਣਾ ਪੈਂਦਾ ਹੈ। ਇਸ ਕਰਕੇ ਕੁਐਸਚਨ ਵੀ ਦਰੁਸਤ ਕਨਫਿਗਰ ਹੋਇਆ ਕਿਉਂਕਿ ਨੰਬਰ ਦੀ ਜੀਰੀ 'ਤੇ ਡਿਪੈਂਡ ਕਰਦੇ ਨੇ। rendimento ottimale del motore, rendimento ਹੁੰਦਾ ਹੈ ਕਿ ਕੰਜ਼ਿਊਮ ਦੀ ਕਾਰਬਨ 'ਤੇ ਵੀ ਘੱਟ ਕਰੇ, ਯਾਨੀ ਘੱਟ ਸਮਾਨ ਦੇ ਵੀ ਜ਼ਿਆਦਾ ਪ੍ਰੋਡਿਊਸ ਕਰੇ, ਘੱਟ ਖਾਏ ਅਤੇ ਕੰਮ ਜ਼ਿਆਦਾ ਕਰੇ, ਠੀਕ ਹੈ। ਮਕਸਦ ਇਹ ਸਿੰਪਲ ਜਿਹਾ ਕਵੀ ਦੇ rendimento ਗੱਡੀ ਹੈ। sia in corrispondenza della coppia massima, ਕਹਿੰਦੇ ਇਹ ਡਿਪੈਂਡ ਕਰਦਾ ਗੱਡੀ ਦੀ ਕੋਪੀਆ ਤੇ ਮੈਕਸੀਮਮ 'ਤੇ। ਦਰੁਸਤ ਕਹਿੰਦੇ ਵੇਰ ਹੋਇਆ ਕੋਪੀਆ ਮਾਸੀਮਾ 1000 ਜੀਰੀ 'ਤੇ ਹੁੰਦੀ ਹੈ, ਠੀਕ ਹੈ। ਯਾਨੀ ਕਿ ਕੰਪ ਦੀ ਸਟੈਬਿਲਿਟੀ ਵਿੱਚ ਰਹੇਗੀ ਨਾ, ਸਿੰਪਲ ਹੈ। 1000 ਜੀਰੀ ਜਾਂ ਇਹਦੇ ਤੋਂ ਵੱਧ ਜਾਂ ਕੰਪ ਦੀ ਸਟੈਬਿਲਿਟੀ ਵਿੱਚ ਰਹੇਗੀ ਅਤੇ ਜਿਹੜੀ ਕੰਜ਼ਿਊਮਰ ਦੀ ਕਾਰਬਨ 'ਤੇ ਘੱਟ ਹੋਵੇਗਾ, rendimento ottimale ਹੋਵੇਗੀ। ਵੇਰ ਹੋਇਆ il maggiore compromesso fra velocità, consumo di carburante, ਜ਼ਿਆਦਾ ਜਿਹੜਾ ਕੰਪਰੋਮੈਸੋ ਹੈ ਇੱਕ ਕੰਜ਼ੂਮਰ ਦੀ ਕਾਰਬਨ 'ਤੇ ਸੀ ਹਾਊ ਨੂੰ ਕੋਰਸਪੋਂਡੈਂਜ਼ਾ ਜ਼ਿਆਦਾ ਜਿਹੜਾ ਨਾ ਕੰਜ਼ੂਮਰ ਦੀ ਕਾਰਬਨ 'ਤੇ ਯਾਨੀ ਕਿ ਤੁਸੀਂ ਉਹ ਕੰਜ਼ੂਮਰ ਦੀ ਕਾਰਬਨ 'ਤੇ ਵੀ ਘੱਟ ਹੋਵੇ ਔਰ ਵੈਲੋਸਿਟੀ ਵੀ ਤੁਸੀਂ ਲੈ ਸਕੋ। ਸੀ ਹਾਊ ਨੂੰ ਕੋਰਸਪੋਂਡੈਂਜ਼ਾ ਦella ਕੋਪੀਆ ਮਾਸੀਮਾ, ਇਹ ਹੁੰਦਾ ਮੌਜੂਦ ਜਿੱਥੇ ਕੋਪੀਆ ਮਾਸੀਮਾ ਹੋਵੇਗੀ। ਦਰੁਸਤ ਕਹਿੰਦੇ ਫਿਰ ਹੋਇਆ ਮਕਸਦ ਹੈ ਕਿ rendimento ਵੀ ਵਧੀਆ ਹੋਵੇਗੀ ਨਾ, ਮਿਲੀਓਰੇ ਕੰਪਰੋਮੈਸੋ, ਠੀਕ ਹੈ ਜੀ। ਵਧੀਆ ਕੰਮ ਕਰਨਾ ਤਰਾ ਵੈਲੋਸਿਟੀ ਸਪੀਡ ਦੇ ਨਾਲ, ਕਾਰਬੋਰਨ 'ਤੇ ਵੀ ਪੂਰਾ ਖਾਏ, ਯਾਨੀ ਕਿ ਕਾਰਬਨ 'ਤੇ ਤੇਲ ਵੀ ਪੂਰਾ ਖਾਏ, ਕੰਜ਼ੂਮਰ ਕਾਰਬਨ 'ਤੇ ਵੀ ਪੂਰਾ ਹੋਵੇ ਔਰ ਸਪੀਡ ਵੀ ਵਧੀਆ ਰਹੇ। ਇਹ ਕਿੱਥੇ ਹੋਵੇਗਾ ਜਿੱਥੇ ਕੋਪੀਆ ਮਾਸੀਮਾ ਹੋਵੇਗਾ। ਦਰੁਸਤ ਕਹਿੰਦੇ ਵੇਰ ਹੋਇਆ ਉਸ ਪੁਆਇੰਟ ਤੋਂ ਅੱਗੇ ਇਹ ਕੰਜ਼ੂਮਰ ਦੀ ਕਾਰਬਨ 'ਤੇ ਜਿਹੜਾ ਡਿਪੈਂਡ ਕਰਦਾ ਹੈ ਦੈਲਾ ਵੈਲੋਸਿਟੀ 'ਤੇ ਵੀ ਗੋਲੀ ਗੱਡੀ ਦੀ ਸਪੀਡ ਦੇ ਉੱਤੇ ਮਾ ਇੰਡੀਪੈਂਡੈਂਟ 'ਤੇ, ਲੇਕਿਨ ਨਹੀਂ ਡਿਪੈਂਡ ਕਰਦਾ del numero di giri del motore, numero di giri del motore ਤੇ ਦੇਖੋ ਦੋ ਡਿਪੈਂਡ ਕਰਦੇ ਨੇ, ਕੁਰਵਾ ਕੋਪੀਆ ਵੀ, ਕੁਰਵਾ ਮੋਤਰੀਚੇ ਵੀ, ਕੋਰਵਾ ਕੋਪੀਆ ਮੋਤਰੀਚੇ ਵੀ
और कुरवा दी पोतेंजा भी, ये दोवें डिपेंड करते हैं नंबर दी जीरी के उत्ते, इस करके ये गलत कहने पे फाल्स होया है कि नहीं बे। Il numero di rotazione di coppia massima, di rotation di regime di rotazione, जिस रोटेशन कर दी है गड्डी दी मोटर दी una coppia massima maximum coppia ताकत मैक्सिमम ਦੇ ਲਈ corrisponde a quella di potenza massima, ਉੱਥੇ ਹੀ ਕਹਿੰਦੇ ਮੌਜੂਦ ਹੁੰਦਾ ਇੱਕ potenza massima ਵੀ। ਦੇਖੋ ਜੀ ਜਿਹੜਾ ਨਾ coppia massima ਹੁੰਦੀ ਹੈ 1000 ਜੀਰੀ ਦੇ ਉੱਤੇ, ਠੀਕ ਹੈ ਜੀ, ਤੇ potenza massima ਹੁੰਦਾ ਹੈ 1500 1600 così 1000 ਯਾਨੀ ਕਿ 1000 ਜੀਰੀ ਤੇ ਹੋਵੇਗੀ coppia massima 1500 तकरीबन 1600 मैक्सिमम जीडी तक होती है पोतेंजा मासीमा। इस करके गलत कहने पे फाल्स होया, कहने कोप्पिया मासीमा जिथे होगी उत्थे पोतेंजा मासीमा होगा, फाल्स हो। कहने पे इस trattato di strada इस टाइप की रोड के उत्ते पियानी ज़्यादा जिथे प्लेन रोड हैगी है, पियानी ज़्यादा प्लेन होंगी है, सीधी रोड होंगी है, ठीक है। परिता की वेलोसिटी जी स्पीड होंगी गड्डी की कंज्यूम कार्बन पेट्रोल जी गड्डी तेल पानी डीजल जो भी खाती है इन्फ्लुएंस घट खाएगी। सी ऊजा उनो मार्चिया बासा जे तुसी मार्चिया बासा छोटा गेयर लगाओ किते, छोटा गेयर लगाओ किते कंज्यूमर कार्बन तो घटेगी नहीं, कंज्यूमर कार्बन तो बढ़ेगी। कंज्यूमर कार्बन तो घटती है जब गेयर वड्डा होंदा है और तुहाडी गड्डी जिहड़ी है ना वो कंपो की स्टेबिलिटी विच होवे, यानी कि 1000 जीरी तो 1500 जीरी के एड गेड होवे जिथे पोतेंजा मासीमा मिल सके और कोप्पिया भी मासीमा मिल सके। इस करके क्वेश्चन फाल्स हो है कि नहीं बे। campo di stabilità del motore, कहने campo di stabilità जी है मोटर की 6 आम्पियो जे 6 आम्पियो आगे क्वेश्चन वेर हो गया, ठीक है। जे बड़े डिटरमिनाता maggiore यानी कि जे campo di stabilità ਵਧेगी तो वधिया होगा ना, कहने डिटरमिनाता maggiore elasticità del motore, ज़्यादा इलास्टिक यानी कि ज़्यादा लचक होगी, ज़्यादा यानी कि स्पेस मिलेगा मोटर में, ज़्यादा आसानी नाल ज़्यादा ईजीली मोटर चल सकेगी। जेरी गल है जे तुसी मोटर वधिया चलाना चाहते हो और कई सालों लिए इस्तेमाल करना चाहते हो तो फिर campo di stabilità विच चलानी है। 6 आम्पियो वाले क्वेश्चन वेरो, più आम्पियो वाले क्वेश्चन फाल्सो। कहने campo di stabilità del motore, जो campo di stabilità मोटर की si intervallo मुदाफ़त करती है tra numero di giri, जी numero di giri है, ठीक है। ज़ाहिर गल नंबर दी जीरी नाल तलक है ना, क्योंकि नंबर दी जीरी 1000 तो उत्ते होगी तो कंप कोप्पिया मासीमा होगा ना। कहने नहीं नंबर दी जीरी corrispondente di coppia massima जिथे मैक्सिमम कोप्पिया होंगी है ई नंबर दी जीरी और नंबर दी जीरी उहदे दरम्यान होनी चाहिए ने corrispondente della potenza massima जिथे potenza massima होंदा, यानी कि कोप्पिया मासीमा और potenza massima के नेड़े तेड़े रहना चाहिए। दूसरे कहने भी यानी कि वो campo di stabilità होंदा ना 1000 जीरी तो लैके 1500 जीरी तक दे दरम्यान वेरो। il campo di stabilità del motore, il campo di stabilità del motore la zona nella quale motore più elastici, कहने एक जोन होंदा है जिथे मोटर जी है più elastici होंदी है, यानी कि ज़्यादा इलास्टिक जिस उत्ते पढ़ के चुके हैं लचकदार होंदी है, यानी कि ज़्यादा आसानी नाल चल सकती है। campo di stabilità का मकसद ये भी होंदी है कि आसानी के नाल लचक के नाल यानी कि मोटर आसानी के नाल ईजीली चल सके, मोटर के उत्ते प्रैशर ना पवे, कंज्यूमर कार्बन भी ना वादे भी, ठीक है। इस करके दुरुस्त करने पे वेर होया क्वेश्चन है। कहने corretta scelta रिपोर्ट di cambio, जे करेक्ट सिलेक्ट कर दे रिपोर्ट di cambio यानी कि गेयर सिलेक्ट करेक्ट करो consente mantenere il motore, कहने जे तुम करेक्ट गेयर रखोगे ना तो इजाज़त देगा कि जी मोटर थोड़ी है वो नला campo di stabilità भी थोड़ी मोटर जी campo di stabilità विच रहे। दुरुस्त कहने पेपर होया जिवें मैं तुहानूं दस्सिया सी जब तुसीं गेयर लाओगे ना पहला दूजा लाया तुसीं मान लो, ठीक है, फॉर एग्जांपल दूजा गेयर लाया तो तुहाडी गड्डी जिहड़ी है मोटर जिहड़ी है वो 1000 तो वधी है वो ठीक है, लेकिन 1500 तो वध गई है ना फिर तुसीं गेयर वधाना होंदा है कि वापस जिहड़ा मीटर जिहड़ा ना सूई जिहड़ी है रेस वाली वो
1000 और 1500 के दरम्यान आ जाए, 1000 तो फिर वापस आ भी फिर तुम रेस दोगे। जे तुम वधिया गेयर फिर जे थोड़ी 1500 तो सूई वध जाती है, 1500 तो 15 तो फिर तुम गेयर वधाओ। जे 1000 तो मान लो स्पीड घट गई है, रश पै गया, ठीक है जिमें भी, तो जे 1000 तो घट गई है ना, यानी कि 10 तो सूई घट गई है रेस वाली, तो फिर तुम गेयर घटाण लग पैने ने, ठीक है। ये ਇਹਦੇ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਕੰਪੋਜ਼ਿਟ ਸਟੈਬਿਲਿਟੀ ਵਿੱਚ ਗੱਡੀ ਹੈ, ਯਾਨੀ ਕਿ ਮੋਟਰ ਹੈ, ਠੀਕ ਹੈ। ਕਹਿੰਦੇ ਵੀ ਇੱਕ ਕਰੈਕਟ ਸੈੱਲ ਤਾਂ ਜੇ ਕਰੈਕਟ ਸੈੱਲ ਸਿਲੈਕਟ ਕਰਦੇ ਹੋ ਤੁਸੀਂ ਜਿਹੜਾ ਗੇਅਰ ਚਾਹੀਦਾ ਜਿਸ ਟਾਈਮ ਮੋਟਰ ਨੂੰ, ਠੀਕ ਹੈ। ਇਹਨੂੰ ਪਹਿਲੇ ਗੇਅਰ ਵਿੱਚ ਲਾ ਕੇ ਤਾਂ ਬੰਦਾ 200 ਕਿਲੋਮੀਟਰ ਕੱਢ ਆਵੇ, ਇੱਦਾਂ ਨਹੀਂ ਕਰਨਾ ਵੀ। ਕਹਿੰਦੇ ਮੈਂ ਕਰੈਕਟ ਸੈੱਲ ਤੇ del rapporto di cambio ਜਿਹੜਾ ਗੇਅਰ ਹੈ consente il mantenere il motore, ਯਾਦ ਦਿੰਦਾ ਕਿ ਮੋਟਰ ਜਿਹੜੀ ਹੈ nel campo di stabilità, motor di campo di stabilità ਵਿੱਚ ਰਹਿ ਸਕੇ। ਦਰੁਸਤ ਕਿਨ ਪੇਪਰ ਹੋਇਆ il campo di stabilità ਜਿਹੜੀ ਹੈ del motore, motor di legato all'andamento della curva, ਕਹਿੰਦੇ ਜੁੜੀ ਹੁੰਦੀ ਹੈ andamento della curva, ਕਹਿੰਦੇ ਜਿਹੜਾ curva ਜਿਹੜਾ ਨਾ ਉਹਦੇ ਨਾਲ ਜੁੜੀ ਹੁੰਦੀ ਹੈ ਜਿਹੜਾ curva copia e della potenza or potenza, curva della potenza ਉਹਦੇ ਨਾਲ ਜੁੜੀ ਹੁੰਦੀ ਹੈ। ਇਹ campo di stabilità ਮੋਟਰ ਦੀ ਜਿਹੜੀ ਹੈ ਨਾ, ਜ਼ਾਹਰੀ ਗੱਲ ਹੈ ਇਹ curva ਦੀ potenza ਔਰ curva ਦੀ copia ਇਹਨਾਂ ਦੋਵਾਂ ਦੇ ਨਾਲ ਜੁੜੀ ਹੁੰਦੀ ਹੈ। curva ਦੀ copia ਕਿੱਥੋਂ ਸ਼ੁਰੂ ਹੁੰਦੀ ਹੈ? 10,000 1000 ਜੀਰੀ ਤੋਂ, ਠੀਕ ਹੈ। 1500 ਜੀਰੀ ਤੱਕ ਯਾਨੀ ਕਿ curva ਜਿਹੜੀ ਹੈ ਨਾ, curva di coppia massima ਹੁੰਦੀ ਹੈ, coppia massima 1000 ਜੀਰੀ ਤੇ potenza massima ਹੁੰਦਾ 1500 ਜੀਰੀ, ਯਾਨੀ ਕਿ 1000 ਤੋਂ 1500 ਜੀਰੀ ਦੇ ਦਰਮਿਆਨ ਰਹਿਣਾ ਚਾਹੀਦਾ, ਠੀਕ ਹੈ। ਜ਼ਹਿਰੀ ਗੱਲ campo di stabilità del motore legata ਜੁੜਿਆ ਹੋਇਆ ਹੈ, ਜ਼ਹਿਰੀ ਗੱਲ ਹੈ ਫਿਰ ਇਹਨਾਂ ਦੋਵਾਂ ਚੀਜ਼ਾਂ ਨਾਲ ਜੁੜਿਆ, ਇਸ ਕਰਕੇ vero campo di stabilità del motore, ਜਿਹੜੀ campo di stabilità ਮੋਟਰ ਦੀ intervallo tra numero di giri, numero di giri di coppia massima te e potenza minimo, che ne potenza minimo te नहीं campo di stabilità potenza minimo थोड़ी होंगे, गलत कहने पे फाल्स होया, क्योंकि potenza massima और coppia massima के दरमियान रहना चाहिए, इस करके एक क्वेश्चन फाल्स हो। और coppia massima और potenza massima एक जगह तो नहीं होता, coppia massima होगी 1000 जीरी ते, potenza massima 1500 जीरी ते, यानी कि 1000 जीरी ते coppia massima, 1500 1550 जीरी ते potenza massima, ये ते potenza minima अगर इन्हें फाल्स होया। campo di stabilità del motore ਜਿਹੜੀ ਹੈ la zona quale ਇੱਕ zona ਹੁੰਦਾ ਜਿਹੜਾ il motore non consume carburante, ਜਿੱਥੇ ਮੋਟਰ ਨਹੀਂ ਕੰਜ਼ੂਮ ਕਾਰਬੋਰੈਂਟ ਕਰਦੀ, ਕਾਰਬੋਰੈਂਟ ਨਹੀਂ ਕੰਜ਼ੂਮ ਕਰਦੀ ਮੋਟਰ ਕੰਜ਼ੂਮ ਕਾਰਬੋਰੈਂਟ ਨਹੀਂ ਕਰਦੀ। ਇੱਕ ਕਿਹੜਾ ਕੋਈ ਵੀ ਨਹੀਂ ਹੁੰਦਾ ਜਦ ਸਿਰਫ ਇੱਕ ਸੂਰਤ ਹੁੰਦੀ ਹੈ ਮੋਟਰ ਕੰਜ਼ੂਮ ਕਾਰਬੋਰੈਂਟ ਨਾ ਕਰੇ, ਮੋਟਰ ਬੰਦ ਹੋਵੇ ਤੇ ਗੱਡੀ ਬੰਦ ਹੋਵੇ, ਅਦਰਵਾਈਜ਼ ਮੋਟਰ ਕੰਜ਼ੂਮ ਕਾਰਬੋਰੈਂਟ ਕਰੇਗੀ, ਤੇਲ ਪਾਣੀ ਖਾਏਗੀ ਤਾਂ ਹੀ ਚੱਲੇਗੀ ਨਾ। कहने पे कंपस का भी जिस टाइम नॉन कंज्यूमर कार्बन नहीं करेगी, फाल्स होया। कहते हैं campo di stabilità del motore ਜਿਹੜੀ ਹੈ la zona nella quale ਇੱਕ zona ਜਿਹੜਾ ਹੈ ਇਹਦੇ ਤੇ il conducente è obbligato ad intervenire sul cambio di velocità, कहते हैं campo di stabilità ਜਿਹੜਾ ਹੈ ਮੋਟਰ zona nella quale ਕਹਿੰਦੇ ਇੱਕ ਜ਼ੋਨਾ ਹੁੰਦਾ ਜਿੱਥੇ ਡਰਾਈਵਰ conducente ਜਿਹੜਾ ਹੈ obbligo intervenire, obbligo ਹੈ ਮੁਦਾਖਲਤ ਕਰੇ ਕੰਪ ਦੀ ਵੈਲੋਸਿਟੀ 'ਚ। ਦੇਖੋ ਜੀ campo di stabilità ਵਿੱਚ ਨਹੀਂ ਕਦੇ ਹੁੰਦਾ ਤੁਸੀਂ ਗੇਅਰ ਵਿੱਚ ਇੰਟਰਫੇਅਰ ਕਰੋ, ਗੇਅਰ ਚੇਂਜ ਕਰੋ। campo di stabilità ਵਿੱਚ ਜਦ ਬਾਹਰ ਹੁੰਦਾ ਨਾ, ਯਾਨੀ ਕਿ campo di stabilità ਹੁੰਦਾ potenza massima ਹੁੰਦਾ 1500 ਜੀਰੀ, ਉਹਦੇ ਤੋਂ ਵਧੇਗਾ ਨਾ ਤਾਂ ਫਿਰ ਗੇਅਰ ਚੇਂਜ ਕਰਨਾ ਹੁੰਦਾ ਹੈ। campo di stabilità ਵਿੱਚ ਨਹੀਂ ਗੇਅਰ ਚੇਂਜ ਕਰਨਾ ਹੁੰਦਾ। ਔਰ ਜੇ 1000 ਜੀਰੀ ਜਿੱਥੇ ਕੋਪੀਆ ਮਾਸੀਮਾ ਹੁੰਦੀ ਹੈ ਉਹਦੇ ਤੋਂ ਘਟੇਗੀ ਨਾ ਸਪੀਡ ਤਾਂ ਫਿਰ ਗੇਅਰ ਘਟਾਉਣਾ ਹੁੰਦਾ ਹੈ। ਜਿਹੜਾ campo di stabilità ਇਹਦੇ ਵਿੱਚ ਕਦੇ ਵੀ ਗੇਅਰ ਘਟਾਉਣਾ ਨਹੀਂ ਹੁੰਦਾ, ਫਾਲਸੋ। ਇਹ ਕਹਿੰਦੇ ਵੀ campo di stabilità del motore ਜਿਹੜੀ ਹੈ più ampio ਕਹਿੰਦਾ ਜ਼ਿਆਦਾ ਵਸੀਹ ਹੁੰਦੀ ਹੈ,
देखो जी, più ampio आपका क्वेश्चन वैसे ही फाल्स हो गया, ठीक है। कहने पे se il consumo specifico motore a basso, कहने पे campo di stabilità ਜਿਹੜੀ ਹੈ più ampio ज़्यादा वसी होती है, ज़्यादा वसी नहीं होती है। भी कहने se il consumo specifico जो स्पेसिफिक कंज्यूम करे motore basso जो मोटर घट, गलत कहने फाल्स है। campo di stabilità होगी 1000 जीरो तो लैके 1000 जीरो तो लैके 1500 जीरो तक, 1500 साढ़े 1500 जीरो तक, जिथे कि कॉपिया मासीमा और पोटेंजा मासीमा होंगे, उत्थे ही कंज्यूमर कार्बोरेंट भी घट होंगी। इस करके ये क्वेश्चन भी फाल्स होया। कहने पे nella salita percorso जब तुम चढ़ाई चढ़ते हो पे con il vicolo carico जद गड्डी carico हैगी तुहाडी accure fare attenzione लाजमी अटेंशन लवो a non superare regime coppia massima, कहने regime coppia massima ते ना जाओ। जब तुम चढ़ाई चढ़ते हो पे coppia massima मतलब होंदा ताकत मैक्सिमम, तो जब तुम चढ़ाई चढ़ते हो गड्डी का जोर नहीं लगना, coppia massima तो चाहिए, इस करके फाल्स होया। Again nella curva di coppia il numero di giri corrispondenti, che nel curva di coppia il numero di giri corrispondenti coppia massima, che nel numero di giri ਜਿਹੜੀ ਹੈ coppia massima di coincide ਇਹਦੇ ਵਰਗੀ ਹੁੰਦੇ ਨੇ quale massima rendimento, ਜਿਹਦੇ ਵਿੱਚ rendimento ਮੈਕਸਿਮਮ ਹੁੰਦੀ ਹੈ। rendimento ਪਤਾ ਕਿ ਜਿਵੇਂ ਅਸੀਂ ਸੀ ਦੇ ਵਿੱਚ ਵੀ ਪੜ੍ਹਿਆ ਹੋਇਆ ਹੈ, ਜਿਹਦੇ ਵਿੱਚ कंज्यूम घट हो, प्रोडक्शन ज़्यादा हो, घट खाए गड्डी और काम ज़्यादा करे, इस करके ये मेल खाते कॉपी मासीमा तो मुराद यानी कि ताकत हो जी कि रेंदीमेंट तो मासीमा मैक्सीमम बनाती है। दुरुस्त कहने पे वेर होया कि कॉपी मासीमा होंगी है ना, तो वो कंज्यूमर कार्बन तो घट होंगे। नैला कुरवे दी कुरवा दी पोटेंजा जो पोटेंजे का कुरवा है, ठीक है जी, ਇਹਦੀ ਕੋਪੀਆ ਔਰ ਜਿਹੜਾ curva ਹੈ ਕੋਪੀਆ ਦਾ ਕੋਪੀਆ motrice ਦਾ di una motore in moto da il numero di giri corrispondente ਜਿਹੜਾ numero di giri ਨੇ ਕੋਪੀਆ massima ਤੇ ਹੁੰਦੇ ਨੇ inferiore, ਕੋਪੀਆ massima ਤੇ ਕਿੰਨੇ ਹੁੰਦੇ ਨੇ e inferiore ਘੱਟ ਹੁੰਦੇ ਨੇ। il quale di potenza massima or quale or potenza massima ਤੇ ਹੁੰਦੇ ਨੇ। ਦਰੁਸਤ ਕਹਿੰਦੇ ਪਏ ਹੋਇਆ ਕਹਿੰਦੇ ਪਏ ਜਿਹੜੇ numero di giri ਹੁੰਦੇ ਨੇ ਨਾ, कहने पे इन curva di potenza ਜਿਹੜਾ curva है potenza ਦਾ, ठीक है जी। curva ਜਿਹੜਾ potenza ਦਾ ਜਿਹੜਾ ਅਸੀਂ ਪਿੱਛੇ ਪਹਿਲੇ ਫੋਟੋ ਦੇਖੀ ਸੀ ਸ਼ੁਰੂ ਦੇ ਵਿੱਚ ਵੀਡੀਓ ਦੇ, ਇਹਦੀ ਕੋਪੀਆ ਔਰ ਜਿਹੜੀ ਕੋਪੀਆ ਹੈ ਮਾਸੀਮਾ ਉਹਦਾ ਜਿਹੜਾ curva ਹੈ, ਉਹਨਾਂ ਦੋਵਾਂ curviਆਂ ਦੀ ਗੱਲ ਕਰ ਰਹੇ ਨੇ, ਠੀਕ ਹੈ। ਜਿਹੜਾ ਮੋਟਰ ਇੱਕ ਮੋਟਰ ਦੇ il numero di giri ਜਿਹੜੀ numero di giri ne corrispondente della coppia massima, कहने coppia massima inferiore है यानी कि घट ते आउंदा है और potenza massima ते आउंदा है, ठीक है। दुरुस्त कहने पे वेर होया। मैक्सिमम जीरो तो बाद ये जब पोटेंजा मासीमा बोल जाएगा वैसे भी जी है coppia massima उस टाइम घटना पैंदी है। Nella curva di potenza il numero di giri corrispondente massimo potenza, कहने जो मैक्सिमम पोटेंजा होंदा है coincide e बराबर होंदा है della coppia massima दे। coppia massima दे बराबर नहीं, उसी ध्यान पा के आए coppia massima inferiore होंदा है उहदे तों पोटेंजा मासीमा तों, ਇਹਦੇ ਨਾਲ मेल नहीं खाता क्योंकि जो पोटेंजा मासीमा कितने जीरी आएगा 1500 जीरी ते 1500 साढ़े 1500 और coppia massima आएगा मैक्सिमम 1000 जीरी दे होता है, इस करके फजूल जी गल कितने फाल्स होया। कहने पे nella curva di potenza motore endotermico, जी motore endotermico है curva di potenza ਜਿਹੜਾ ਤਾਕਤ ਦਾ ਜਿਹੜਾ curva है, ਜਿਹੜੇ ਤਾਕਤ ਦਾ curva है ਇਹ motore endotermico descrive di valore ਉਹਦੀ ਜਿਹੜੀ ਵੈਲਿਊ ਲਿਖੀ ਹੁੰਦੀ ਹੈ valore della potenza, ਉਹਦੀ valore ਜਿਹੜੀ ਵੈਲਿਊ potenza ਦੀ variare ਉਹਦੀ ਤਬਦੀਲੀ ਆ ਸਕਦੀ ਹੈ del numero di giri, numero di giri ਦੇ ਨਾਲ ਜ਼ਾਰੀ ਕਰੇ ਉਹਦੇ ਵੀ ਤਬਦੀਲੀ ਆ ਸਕਦੀ ਹੈ। ਦੁਰਸਤ ਕਰਨ ਬੇਵਰ ਹੋਇਆ coppia massima ਦੇ ਵਿੱਚ ਵੀ ਔਰ potenza massima ਦੇ ਵਿੱਚ ਵੀ। ਇਹ ਕਹਿੰਦੇ il numero in un motore endotermico, ਇੱਕ ਮੋਟਰ ਜਿਹੜੀ endotermico ਹੈ, allora andamento della curva di potenza, ਜਿਹੜਾ curva di potenza ਹੈ, ठीक है,
आला aumentare ਵਧੇਗਾ ਇਹ ਨੰਬਰ ਦੀ ਜੀਰੀ ਜਦ ਵਧਦੀ ਹੈ ਨੰਬਰ ਦੀ ਜੀਰੀ ਯਾਨੀ ਕਿ ਨੰਬਰ ਦੀ ਜੀਰੀ ਮੋਟਰ ਦੀ ਵਧ ਰਹੀ ਹੈ ਦਾ ਪ੍ਰੀਮਾ crescente ਜਿਹੜਾ curva ਹੈ ਨਾ potenza ਦਾ ਇਹ ਪਹਿਲੇ cresce ਚੜੇਗਾ ਉੱਤੇ ਠੀਕ ਹੈ raggiunge un valore massimo और maximum value ਤੇ ਜਾਏਗਾ ਜਿਹੜਾ 1500 ਜੀਰੀ ਤੇ ਜਾਂਦਾ ਹੈ ਇਹ poi decresce और ਉਸ ਤੋਂ ਬਾਅਦ ਥੱਲੇ ਲਵੇਗਾ ਦਰੁਸਤ ਕਹਿਣ ਬੇਵਰ ਹੋਇਆ ਪਹਿਲੇ ਮੈਕਸਿਮਮ ਵੈਲਿਊ ਦੇ ਉੱਤੇ ਜਾਏਗਾ ਉਸ ਤੋਂ ਬਾਅਦ ਸੌਰੀ ਪਹਿਲੇ ਦਾ ਪ੍ਰੀਮਾ ਕ੍ਰੈਸ਼ੈਂਟ ਪਹਿਲੇ ਉੱਤੇ ਚੜਦਾ ਹੈ ਠੀਕ ਹੈ ਰਿਜੂਨਜੇ ਯਾਨੀ ਕਿ ਪਹੁੰਚਦਾ ਹੈ ਉਹਨਾਂ ਵੈਲਿਊ ਮੈਕਸਿਮਮ ਵੈਲਿਊ ਤੱਕ ਯਾਨੀ ਕਿ ਜ਼ਿਆਦਾ ਤੋਂ ਜ਼ਿਆਦਾ ਤੱਕ ਜਿੱਥੇ ਤੁਸੀਂ ਜਾ ਸਕਦੇ ਜਿੱਥੇ 1500 ਜੀਰੀ ਹੁੰਦਾ ਹੈ ਪoi ਦੀ ਕ੍ਰੈਸ਼ ਔਰ ਉਸ ਤੋਂ ਬਾਅਦ ਥੱਲੇ ਲੈਣਾ ਦਰੁਸਤ ਕਹਿਣ ਬੇਵਰ ਹੋਇਆ ਜਿਵੇਂ ਕਿ ਆਪਣਾ ਕੋਪੀਆ ਮਾਸੀਮਾ ਸੀ ਉਹ ਵੀ ਪਹਿਲੇ da prima crescente sì ovi raggiunge una valore massima e poi di crescente ovi ਜਿਹੜਾ coppia massima ਸੀ ਉਹ ਵੀ ਦੇ ਵਰਗਾ ਸੇਮ ਹੀ ਸੀ ਇਹ ਕਹਿੰਦੇ ਵੇ allora che nel curva la curva di potenza ਜਿਹੜਾ ਹੈ di un motore endotermico ਇੱਕ ਮੋਟਰ endotermico ਦਾ descrive valore della coppia ਕਹਿੰਦੇ ਜਿਹੜੀ ਲਿਖੀ ਹੁੰਦੀ ਹੈ ਵੈਲਿਊ ਕੋਪੀਆ ਦੀ ਕੋਪੀਆ ਮਾਸੀਮਾ ਦੀ ਇਹ variare ਕੋਪੀਆ ਮਾਸੀਮਾ ਜਿਹੜੀ ਤਾਕਤ ਹੁੰਦੀ ਹੈ ਕਹਿੰਦੇ ਜਿਹੜੀ ਤਾਕਤ ਹੁੰਦੀ ਹੈ ਕੋਪੀਆ ਦੀ ਕੋਪੀਆ ਮੋਟਰੀਚੇ ਜਿਹੜੀ ਹੁੰਦੀ ਹੈ ਦੀ variare ਤਬਦੀਲੀ ਹੁੰਦੀ ਹੈ della dimensione del vigore ਗੱਡੀ ਦੇ ਸਾਈਜ਼ ਦੇ ਹਿਸਾਬ ਨਾਲ ਗੱਡੀ ਦੇ ਸਾਈਜ਼ ਦੇ ਨਾਲ ਇਹਦਾ ਕੋਈ ਤਲਕ ਹੀ ਨਹੀਂ ਹੈ ਵੀ ਠੀਕ ਹੈ ਨਾ ਪੇਜ਼ੋ ਨਾ ਵਜ਼ਨ ਦੇ ਨਾਲ ਤਲਕ ਹੈ ਔਰ ਨਾ ਹੀ ਸਾਈਜ਼ ਦੇ ਨਾਲ ਤਲਕ ਹੈ ਠੀਕ ਹੈ ਇਸ ਕਰਕੇ ਇਹ ਵੀ ਗਲਤ ਕਹਿੰਦੇ ਫਾਲਸ ਹੋਇਆ ਕਹਿੰਦੇ ਨਾ motore endotermico andamento della curva potenza curva di potenza ਜਿਹੜਾ andamento all'aumentare ਜਦੋਂ ਵੱਧਦਾ ਹੈ ਇਹ ਨੰਬਰ ਦੀ ਜੀਰੀ ਜਿਹੜਾ ਵੱਧਦੇ ਨੇ da prima di crescente ਫਾਲਸ ਹੋ ਗਿਆ ਥੇ prima ਕਹਿੰਦੇ di crescente ਪਹਿਲੇ ਨੀਚੇ ਉਤਰਦਾ ਹੈ ਕਦੇ ਪੋਟੈਂਜ਼ਾ ਦਾ curva ਜਾਂ ਕੋਪੀਆ ਦਾ curva ਕਦੇ ਪਹਿਲੇ ਥੱਲੇ ਰਹਿੰਦਾ ਹੈ ਪਹਿਲੇ ਉੱਤੇ ਚੜਦਾ ਹੈ ਠੀਕ ਹੈ ਇਸ ਕਰਕੇ ਇੱਥੇ ਫਾਲਸ ਹੋ ਕਹਿੰਦੇ raggiunge valore minimo ਤੇ ਆਉਂਦੀ ਨਹੀਂ valore massimo ਤੇ ਜਾਂਦਾ ਹੈ ਇਹ poi crescente ਔਰ ਬਾਅਦ ਵਿੱਚ ਉੱਤੇ ਚੜਦਾ ਨਹੀਂ ਬਾਅਦ ਵਿੱਚ ਨਹੀਂ ਉੱਤੇ ਚੜਦਾ ਹੈ ਵੀ ਇਹ ਪਹਿਲੇ ਉੱਤੇ ਚੜਦਾ ਹੈ ਫਿਰ ਮੈਕਸਿਮਮ ਵੈਲਿਊ ਤੇ ਜਾਂਦਾ ਮਿਨੀਮਮ ਤੇ ਨਹੀਂ ਔਰ ਫਿਰ ਬਾਅਦ ਹੀ ਥੱਲੇ ਰਹਿੰਦਾ ਇਸ ਕਰਕੇ ਇਹ ਕੁਐਸਚਨ ਨਿਹਾਇਤ ਫਜ਼ੂਲ ਤਰੀਨ ਹੈਗਾ ਔਰ ਇਹ ਕੁਐਸਚਨ ਆਇਆ ਫਾਲਸੋ ਇਹਨੂੰ ਮਜ਼ਾਕ ਵੀ ਲਵੋ और इन्हों फालसो करो।